ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਦੁਖ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਇ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਲ ਤਰੋ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਜਗਦੀਸ਼ਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਬੇਗਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰ ਅਨੁਰਾਗ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਾਤ ਕਾਮਨਾ ਕਰਹਿ ਜੋ ਸੁਤ ਦੇਵ ਹੈ ਤਿਹ ਧਾਮ। ਅਪਰ ਪਦਾਰਥ ਚਾਹੇ ਕੋ ਪੂਰੈ ਸਭ ਹੀ ਕਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ। ਐਸੇ ਕਰਨ ਕਾਰਣ ਦੀਨ ਦਿਆਲ ਭਗਤ ਵਛਲ ਅਨਾਥ ਨਾਥ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਇਕੱਤਰ ਹੋਈ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਜਗਤ ਗੁਰੂ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਗਰੀਬ ਨਵਾਜ ਸਤਿਗੁਰੂ ਜੀ ਅਨੇਕਾਂ ਜੀਵਾਂ ਦੀ ਕਲਿਆਣ ਕਰਦਿਆਂ
ਸਮੁੰਦਰ ਦੇ ਕਿਨਾਰੇ ਤੇ ਚਲਦਿਆਂ ਚਲਦਿਆਂ ਇੱਕ ਨਗਰ ਵਿੱਚ ਆਏ ਹਨ, ਜਿਹੜਾ ਨਗਰ ਹਰ 6 ਮਹੀਨਿਆਂ ਬਾਅਦ ਸਮੁੰਦਰ ਦੀ ਛਾਲ ਨਾਲ ਰੁੜ ਜਾਇਆ ਕਰਦਾ ਸੀ। ਦੁਖੀ ਲੋਕ ਨੇ, ਨਗਰ ਛੱਡ ਕੇ ਜਾ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਚਨ ਫਰਮਾਇਆ, ਜੇ ਤੁਸੀਂ ਨਿਰੰਕਾਰ ਪਰਮੇਸ਼ਰ ਦੀ ਬੰਦਗੀ ਵਿੱਚ ਜੁੜੋਗੇ, ਉਪਦੇਸ਼ ਗ੍ਰਹਿਣ ਕਰੋਗੇ, ਸਾਡਾ ਸਿੱਖੀ ਗ੍ਰਹਿਣ ਕਰੋਗੇ, ਤਾਂ ਤੁਹਾਡੇ ਨਗਰ ਬਣੇ ਬਣਾਏ ਰਹਿਣਗੇ, ਇਹ ਘਰ ਨਹੀਂ ਢਹਿਣਗੇ। ਜੇ ਸਾਡੇ ਬਚਨਾਂ ਤੇ ਹੁਣ ਤੁਹਾਨੂੰ ਯਕੀਨ ਨਹੀਂ ਤਾਂ ਚਲੇ ਜਾਓ, ਮੁੜ ਕੇ ਵਾਪਸ ਆ ਜਾਇਓ। ਸਮੁੰਦਰ ਦੀ ਛਲ ਨਹੀਂ ਆਈ, ਗੁਰੂ ਸਾਹਿਬ ਜੀ ਦੀ ਦਇਆ ਮਇਆ ਵਰਤੀ। ਇਹ ਨਗਰ ਨਿਵਾਸੀ ਜਦੋਂ ਵਾਪਸ ਆਏ, ਆਪਣੇ ਘਰ ਬਣੇ ਬਣਾਏ ਵੇਖੇ, ਗੁਰਦੇਵ ਨੂੰ ਕਲਾਵਾਨ ਪੁਰਖ ਪਹਿਚਾਣ ਕੇ ਗੁਰਦੇਵ ਦੇ ਚਰਨਾਂ ਦੀ ਪਹੁਲ ਲੈ ਕੇ ਗੁਰਸਿੱਖੀ ਧਾਰਨ ਕੀਤੀ, ਗੁਰਉਪਦੇਸ਼ ਨੂੰ ਦ੍ਰਿੜ ਕੀਤਾ। ਸਤਿਗੁਰੂ ਜੀ ਨੇ ਉਪਦੇਸ਼ ਬਖਸ਼ ਕੇ ਨਵਾਜਿਆ ਕਿ ਨਾਮ ਜਪੋ, ਧਰਮ ਦੀ ਕਿਰਤ ਕਰੋ ਤੇ ਵੰਡ ਕੇ ਛਕੋ। ਇੱਥੋਂ ਚੱਲ ਕੇ ਮਹਾਰਾਜ ਜੀ ਸਮੁੰਦਰ ਦੇ ਜਲ ਵਿੱਚ ਚਲਦੇ ਚਲਦੇ ਹਾਰੂ ਨਗਰ ਵੱਲ ਜਾ ਰਹੇ ਨੇ। ਭਾਈ ਮਰਦਾਨੇ ਨੂੰ ਆਖਿਆ, ਮਰਦਾਨਿਆ ਵਾਹਿਗੁਰੂ ਵਾਹਿਗੁਰੂ ਕਰਦਾ ਪਿੱਛੇ ਟੁਰਿਆ ਚੱਲ। ਪਾਣੀ ਦੇ ਉੱਤੇ ਤੁਰਦੇ ਜਾ ਰਹੇ ਨੇ, ਪਰ ਭਾਈ ਸਾਹਿਬ ਨੇ ਗੁਰੂ ਸਾਹਿਬ ਨੂੰ ਸੋਹੰਗ ਦਾ ਜਾਪ ਜਪਦਿਆਂ ਸੁਣਿਆ ਤੇ ਵਾਹਿਗੁਰੂ ਗੁਰਮੰਤਰ ਛੱਡ ਕੇ ਸੋਹੰਗ ਸੋਹੰਗ ਜਪਣ ਲੱਗ ਪਏ। ਪਾਣੀ 'ਚ ਡੁੱਬ ਗਏ, ਟੁਬਕੀਆਂ ਮਾਰਨ ਲੱਗੇ ਤੇ ਸਤਿਗੁਰੂ ਜੀ ਨੇ ਬਚਨ ਕਿਹਾ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਜੋ ਗੁਰੂ ਸਿੱਖਿਆ ਦਏ ਉਹਦੇ ਤੇ ਚੱਲੀਦਾ, ਜੋ ਗੁਰੂ ਕਰਦਾ ਹੈ ਉਹ ਨਹੀਂ ਕਰੀਦਾ। ਜਿਹੜੀ ਗੁਰੂ ਨੇ ਸਿੱਖਿਆ ਦਿੱਤੀ ਹੈ, ਸਿੱਖ ਦਾ ਕਰਤੱਵ ਹੈ ਉਸ ਸਿੱਖਿਆ ਨੂੰ ਪਾਲਣਾ। ਭਾਈ ਮਰਦਾਨੇ ਨੇ ਮੁੜ ਫਿਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਿਆ। ਉਸੇ ਤਰ੍ਹਾਂ ਸਮੁੰਦਰ ਦੇ ਜਲ ਉੱਤੇ ਟੁਰਨਾ ਸ਼ੁਰੂ ਕਰ ਦਿੱਤਾ। ਚੱਲ ਕੇ ਹਾਰੂ ਨਗਰ 'ਚ ਪਹੁੰਚੇ ਨੇ। ਇਹ ਹਾਰੂ ਨਗਰ ਦਾ ਰਾਜਾ ਤੇ ਇੱਥੋਂ ਦੀ ਜਿੰਨੀ ਪ੍ਰਜਾ ਹੈ, ਇੱਕ ਸਰੇਵੜੇ ਦੇ ਚੇਲੇ ਨੇ। ਉਸੇ ਦੀ ਪੂਜਾ ਕਰਦੇ ਨੇ। ਉਹ ਕਹਿੰਦਾ ਮੈਂ ਹੀ ਰੱਬ ਹਾਂ, ਕੋਈ ਵੱਖਰਾ ਰੱਬ ਨਹੀਂ। ਉਸ ਸਰੇਵੜੇ ਦੀ ਪੂਜਾ ਵਿੱਚ ਇਹ ਸਾਰਾ ਨਗਰ ਲੱਗਾ। ਇਹ ਵਾਮ ਮਾਰਗੀਆਂ ਦਾ ਪੰਥ ਸੀ, ਇਹਨੂੰ ਵਾਮ ਮਾਰਗ ਕਹਿੰਦੇ ਆ। ਭਾਰਤ ਵਿੱਚ ਵਾਮ ਮਾਰਗ ਵੀ ਹੈ। ਉਹ ਵਾਮ ਮਾਰਗੀ ਜਿਹੜੇ ਨੇ ਪਰਮੇਸ਼ਰ ਦੀ ਹੋਂਦ ਨੂੰ ਨਹੀਂ ਮੰਨਦੇ। ਉਹ ਕਹਿੰਦੇ ਆ ਜਿਵੇਂ ਅੰਨ ਤੋਂ ਅੰਨ ਪੈਦਾ ਹੁੰਦਾ, ਇੱਦਾਂ ਜੀਵਾਂ ਤੋਂ ਜੀਵ ਪੈਦਾ ਹੁੰਦੇ। ਕੋਈ ਰੱਬ ਨਹੀਂ, ਕੋਈ ਪਰਮੇਸ਼ਰ ਨਹੀਂ, ਕੋਈ ਕਰਤਾ ਨਹੀਂ। ਉਹ ਵਾਮ ਮਾਰਗੀ ਸਨ ਸਾਰੇ ਹਾਰੂ ਨਗਰ ਵਿੱਚ। ਉਸੇ ਸਰੇਵੜੇ ਨੂੰ ਹੀ ਆਪਣਾ ਰੱਬ ਮੰਨੀ ਬੈਠੇ ਸਨ। ਸਤਿਗੁਰੂ ਜੀ ਨੇ ਉਹਦਾ ਪਖੰਡ ਸੰਸਾਰ ਵਿੱਚ ਪ੍ਰਗਟ ਕਰਨਾ ਸੀ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਦੇਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਪਾਵਨ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਜਿੱਥੇ ਸਰੀਰ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣਿਆਂ ਮਨਾਂ ਦੀ, ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਈਏ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤਾਤ ਕਾਮ ਨਾ ਕਰਹਿ ਜੋ ਸੁਤ ਦੇਵ ਹੈ ਤਿਹ ਧਾਮ। ਇੱਥੇ ਜਿਹੜਾ ਹਾਰੂ ਨਗਰ ਦੇ ਵਿੱਚ ਇਹਨਾਂ ਦਾ ਗੁਰੂ ਬਣਿਆ ਬੈਠਾ ਸਰੇਵੜਾ, ਉਹਦੇ ਕੋਲ ਲੋਕ ਜਾ ਕੇ ਜਦੋਂ ਕਾਮਨਾ ਕਰਦੇ ਨੇ, ਕਹਿੰਦਾ ਜਾਓ ਤੁਹਾਡੀ ਕਾਮਨਾ ਪੂਰੀ ਹੋ ਜਾਏ। ਹੁਣ 10 ਵਿੱਚੋਂ ਕਿਸੇ ਇੱਕ ਅੱਧੇ ਦੀ ਕਾਮਨਾ ਪੂਰੀ ਹੋ ਜਾਂਦੀ ਤੇ ਕਹਿੰਦਾ ਵੇਖੋ ਮੇਰੀ
ਗੱਲ ਮੇਰੇ ਬਚਨ ਨਾਲ ਕਰਾਮਾਤ ਨਾਲ ਪੂਰੀ ਹੋਈ। ਏਦਾਂ ਇਹ ਪਖੰਡ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨਾਲ ਜੋੜੀ ਬੈਠਾ ਹੈ। ਅਪਰ ਪਦਾਰਥ ਚਾਹੇ ਕੋ ਪੂਰ ਹੈ ਸਭ ਹੀ ਕਾਮ। ਕੋਈ ਮਾੜਾ ਮੋਟਾ ਤੰਤਰ ਮੰਤਰ ਇਹਨੂੰ ਆਉਂਦਾ ਸੀ, ਉਹਦੇ ਨਾਲ ਕਿਸੇ ਦੀ ਕੋਈ ਇੱਛਾ ਕਾਮਨਾ ਪੂਰੀ ਕਰ ਵੀ ਦਿੱਤੀ। ਉਸੇ ਉਲਝੇਵੇਂ ਵਿੱਚ ਹੀ ਉਲਝਾ ਕੇ ਰੱਖਦਾ ਸੀ ਔਰ ਲੋਕਾਂ ਕੋਲੋਂ ਆਪਣੀ ਪੂਜਾ ਕਰਵਾਉਂਦਾ ਸੀ। ਚੌਪਏ ਤੇ ਕੋ ਭਜਨ ਕਰੈ ਸਭ ਨਰ ਸਭ ਹੀ। ਨਗਰ ਦੇ ਜਿਤਨੇ ਲੋਕ ਨੇ ਇਸੇ ਦਾ ਭਜਨ ਕਰਦੇ ਸੀ। ਜਿਹੜਾ ਇਹ ਸਰੇਵੜਾ ਗੁਰੂ ਸੀ ਨਾ ਇਹਨਾਂ ਦਾ ਸਾਰਿਆਂ ਦਾ, ਨਗਰ ਨਿਵਾਸੀ ਸਾਰੇ ਇਸੇ ਦਾ ਭਜਨ ਕਰਦੇ ਸੀ, ਇਸੇ ਦਾ ਹੀ ਨਾਮ ਜਪਦੇ ਸੀ। ਸਤ ਨਾਮ ਸਿਮਰਹਿ ਨਹੀਂ ਕਬਹੀ। ਜਿਹੜਾ ਪਰਮੇਸ਼ਰ ਦਾ ਨਾਮ ਹੈ, ਅਕਾਲ ਪੁਰਖ ਦਾ ਨਾਮ ਹੈ, ਉਹ ਨਹੀਂ ਸੀ ਸਿਮਰਦੇ। ਜਿਹੜਾ ਇਹ ਸਰੇਵੜਾ ਇਹਨਾਂ ਦਾ ਗੁਰੂ ਬਣਿਆ ਬੈਠਾ ਸੀ, ਉਹਦਾ ਨਾਮ ਜਪਦੇ ਸੀ। ਇਸ ਪਖੰਡੀ ਦਾ ਦੰਭੀ ਦਾ ਨਾਂ ਲੈਂਦੇ ਸੀ। ਇਹ ਕਹਿੰਦਾ ਸੀ ਮੈਂ ਹੀ ਆ ਸਭ ਕੁਝ, ਮੈਂ ਹੀ ਭਇਓ ਜਗਤ ਕੋ ਕਰਤਾ ਆਪੈ ਬ੍ਰਹਮ ਕਹਾਏ। ਕਲਗੀਧਰ ਜੀ ਨੇ ਬਚਨ ਲਿਖਿਆ ਨਾ ਵੀ ਪਖੰਡੀ ਜਿਹੜੇ ਹੁੰਦੇ ਆ ਕਲਯੁਗ 'ਚ, ਉਹ ਲੋਕਾਂ ਨੂੰ ਕਹਿੰਦੇ ਆ ਮੈਂ ਹੀ ਕਰਤਾ ਪੁਰਖ ਹਾਂ, ਮੈਂ ਹੀ ਬ੍ਰਹਮ ਹਾਂ। ਤੋ ਆਪ ਸਭ ਆਪਣੇ ਆਪਣੇ ਰੁਝਾਨਾ ਪਾਰ ਬ੍ਰਹਮ ਕਾਹੂ ਨਾ ਪਛਾਨਾ। ਏਦਾਂ ਆਪਣੀ ਪੂਜਾ ਵਿੱਚ ਲਾਈ ਬੈਠੇ ਸੀ। ਇਸੇ ਕਰਕੇ ਤਾਂ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ ਸੰਸਾਰ 'ਚ, ਇਹਨਾਂ ਪਖੰਡੀਆਂ ਤੋਂ ਲੋਕਾਂ ਦਾ ਖਹਿੜਾ ਛੁਡਾਉਣ ਵਾਸਤੇ। ਇਹ ਆਖੇ ਜੀ ਮੈਂ ਹੀ ਗੁਰੂ ਹਾਂ, ਮੈਂ ਹੀ ਕਰਤਾ ਹਾਂ। ਇਸ ਤਰ੍ਹਾਂ ਇਹ ਆਪਣਾ ਹੀ ਨਾਮ ਜਪਾਉਂਦਾ। ਪਰਮੇਸ਼ਰ ਦੇ ਸੱਚੇ ਨਾਮ ਨੂੰ ਲੋਕ ਨਹੀਂ ਜਪਦੇ। ਗਾਵਨ ਲੱਗਾ ਬੈਠ ਮਰਦਾਨਾ। ਜਦੋਂ ਸਤਿਗੁਰੂ ਜੀ ਇੱਥੇ ਆਏ ਤੇ ਭਾਈ ਸਾਹਿਬ ਭਾਈ ਮਰਦਾਨਾ ਜੀ ਮਹਾਰਾਜ ਜੀ ਦੀ ਇਜਾਜ਼ਤ ਲੈ ਕੇ ਭਾਈ ਸਾਹਿਬ ਨੇ ਰਬਾਬ ਛੇੜੀ ਤੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਜੋ ਨਿਰੰਕਾਰ ਦੇ ਘਰੋਂ ਉਤਰੀ ਹੈ, ਉਸ ਪਾਵਨ ਬਾਣੀ ਦਾ ਕੀਰਤਨ ਭਾਈ ਮਰਦਾਨਾ ਜੀ ਕਰਨ ਲੱਗ ਪਏ। ਉਪਮਾ ਸ਼੍ਰੀ ਕਰਤਾਰ ਮਹਾਨਾ। ਐਸਾ ਕੀਰਤਨ ਗੁਰਬਾਣੀ ਦਾ ਭਾਈ ਮਰਦਾਨਾ ਜੀ ਕਰ ਰਹੇ ਨੇ ਜਿਸ ਕੀਰਤਨ 'ਚ ਕਰਤਾਰ ਦੀ ਉਪਮਾ ਹੈ, ਜਿਸ ਕੀਰਤਨ 'ਚ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਵਡਿਆਈ ਹੈ, ਅਕਾਲ ਪੁਰਖ ਦੀਆਂ ਸਿਫਤਾਂ ਬਿਆਨ ਹੋ ਰਹੀਆਂ ਨੇ। ਤੂੰ ਸੁਲਤਾਨ ਕਹਾਓ ਮੀਆਂ ਤੇਰੀ ਕਵਨ ਬੜਾਈ, ਜੋ ਤੂੰ ਦੇ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੇਰੇ ਗੁਣ ਗਾਵਾ ਦੇਹ 부ਝਾਈ, ਜੈਸੇ ਸਚ ਮੈਂ ਰਹੋ ਰਜਾਈ। ਨਿਰੰਕਾਰ ਦੀ ਸਿਫਤ ਵਾਲੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਭਾਈ ਮਰਦਾਨਾ ਜੀ ਗਾ ਰਹੇ ਹਨ। ਤੇ ਸ਼ਨ ਨਰ ਸਮੀਪ ਬਹੁ ਆਏ। ਜਦੋਂ ਭਾਈ ਸਾਹਿਬ ਕੀਰਤਨ ਕਰ ਰਹੇ ਸਨ ਤੇ ਇਹਨੇ ਨੂੰ ਨਗਰ ਨਿਵਾਸੀ ਕੀਰਤਨ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਚੱਲ ਕੇ ਆਏ। ਸੁਨਹਿ ਸ਼ਬਦ ਕੋ ਪ੍ਰੀਤਲ ਬਢਾਏ। ਭਾਈ ਸਾਹਿਬ ਇਹਨੇ ਪਿਆਰ ਨਾਲ ਕੀਰਤਨ ਕਰ ਰਹੇ ਸਨ ਕਿ ਜਿੰਨੇ ਲੋਕ ਆਏ ਬੜੇ ਪ੍ਰੇਮ ਨਾਲ ਸੁਣਨ ਲੱਗ ਪਏ। ਪ੍ਰੇਮ ਸਹਿਤ ਬੈਠ ਕੇ ਬੜੀ ਭਾਵਨਾ ਨਾਲ ਸੁਣ ਰਹੇ ਹਨ। ਪਾਛੇ ਤੇ ਸੋ ਪੁੱਛਣ ਲਾਗੇ। ਜਦੋਂ ਭਾਈ ਸਾਹਿਬ ਭਾਈ ਮਰਦਾਨਾ ਜੀ ਨੇ ਕੀਰਤਨ ਦੀ ਸਮਾਪਤੀ ਕੀਤੀ, ਉਸ ਵੇਲੇ ਫਿਰ ਇਹ ਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ, ਇਸ ਕੋ ਅਰਥ ਕਹੋ ਹਮ ਆਗੇ। ਕਹਿਣ ਲੱਗੇ ਗੁਰੂ ਜੀ ਇਹ ਸ਼ਬਦ ਜਿਹੜਾ ਇਸ ਭਾਈ ਸਾਹਿਬ ਨੇ ਗਾਇਨ ਕੀਤਾ ਬੜਾ ਹੀ ਮਿੱਠਾ ਸੀ, ਸੁਣਨ ਵਿੱਚ ਬੜਾ ਹੀ ਪਿਆਰਾ ਲੱਗ ਰਿਹਾ ਸੀ। ਬੜੀ ਸੁੰਦਰ ਤਾਨ ਲਾ ਕੇ ਇਸ ਗੁਰਮੁਖ ਨੇ ਕੀਰਤਨ ਕੀਤਾ, ਪਰ ਸਾਨੂੰ ਸ਼ਬਦ ਦੇ ਅਰਥ ਨਹੀਂ ਸਮਝ ਆਏ। ਉਹਦਾ ਰਸ ਬੜਾ ਆਇਆ ਕੀਰਤਨ ਦਾ, ਪਰ ਸਾਨੂੰ ਸਮਝ ਨਹੀਂ ਪਈ ਵੀ ਇਹਦੇ ਵਿੱਚ ਕਿਹਾ ਕੀ ਹੈ। ਗੁਰੂ ਜੀ ਆਪ ਜੀ ਕਿਰਪਾ ਕਰਕੇ ਸਾਨੂੰ ਇਸ ਸ਼ਬਦ ਦੇ ਜਿਹੜੇ ਅਰਥ ਨੇ ਉਹ ਸਰਵਣ ਕਰਵਾਓ। ਸ਼੍ਰੀ ਗੁਰੂ ਕਹੈ ਭਜੋ ਹਰ ਨਾਮੋ। ਮਹਾਰਾਜ ਜੀ ਕਹਿਣ ਲੱਗੇ ਇਸ ਸ਼ਬਦ ਦੇ ਅਰਥ ਭਾਵ ਇਹ ਨੇ ਕਿ ਭਾਈ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰੋ। ਇਸ ਸ਼ਬਦ ਦਾ ਜਿਹੜਾ ਮੁੱਖ ਭਾਵ ਹੈ, ਕੇਂਦਰੀ ਭਾਵ ਹੈ, ਉਹ ਇਹੀ ਹੈ ਕਿ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਿਧਾਤੇ ਦਾ ਭਜਨ ਕਰੋ। ਅੰਤ ਸਮਹਿ ਜੋ ਆਵਹਿ ਕਾਮੋ। ਉਸੇ ਭਜਨ ਨੇ ਹੀ ਅੰਤ ਵੇਲੇ ਤੁਹਾਡੇ ਕੰਮ ਆਉਣਾ।
ਪਰਮੇਸ਼ਰ ਦਾ ਕੀਤਾ ਹੋਇਆ ਜਿਹੜਾ ਭਜਨ ਹੈ ਉਸੇ ਨੇ ਅੰਤ ਵੇਲੇ ਸਹਾਈ ਹੋਣਾ ਹੈ। ਵੇਖੈ ਬੇਕਾਰ ਅਲਪ ਸੁਖ ਤਿਆਗੋ। ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਸੁੱਖ ਨੇ ਅਲਪ ਸੁੱਖ ਨੇ, ਇਸ ਅਲਪ ਸੁੱਖ ਨੂੰ ਤਿਆਗੋ। ਖਾਲਸਾ ਜੀ, ਸੰਸਾਰ ਦੇ ਜਿਤਨੇ ਵੀ ਸੁੱਖ ਨੇ ਵਿਸ਼ਿਆਂ ਵਿਕਾਰਾਂ ਦੇ, ਜਿਹੜੇ ਅਸੀਂ ਮੰਨੇ ਹੋਏ ਨੇ ਵੀ ਇਹ ਸੁੱਖ ਨੇ, ਉਹ ਅਲਪ ਸੁੱਖ ਨੇ। ਬਿਨ ਸਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪੰਨੀਆਂ। ਗੁਰਬਾਣੀ ਦਾ ਮਹਾਂਵਾਕ ਹੈ ਕਿ ਜਿਹੜੇ ਸੰਸਾਰ ਦੇ ਸੁੱਖ ਕੁਝ ਸਮੇਂ ਬਾਅਦ ਬਿਨ ਸਜਾਣ, ਉਹ ਅਲਪ ਸੁੱਖ ਨੇ, ਤੁੱਛ ਸੁੱਖ ਨੇ, ਉਹ ਸदैवी ਸੁੱਖ ਨਹੀਂ ਹੈ। ਤੋ ਪਾਤਸ਼ਾਹ ਕਹਿੰਦੇ ਕਿ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਸੁੱਖ ਤੁਸੀਂ ਮੰਨੀ ਬੈਠੇ ਹੋ, ਇਹ ਅਲਪ ਸੁੱਖ ਨੇ। ਇਹਨਾਂ ਸੁੱਖਾਂ ਤੋਂ ਰਹਿਤ ਹੋਵੋ, ਵਿਸ਼ਿਆਂ ਵਿਕਾਰਾਂ ਦਾ ਤਿਆਗ ਕਰੋ। ਭਾਉ ਭਗਤ ਸੋ ਉਰ ਅਨੁਰਾਗ ਹੋ। ਔਰ ਪਾਰ ਬ੍ਰਹਮ ਪਰਮੇਸ਼ਰ ਦੀ ਜੋ ਪ੍ਰੇਮਾ ਭਗਤੀ ਆ ਉਹਦੇ ਵਿੱਚ ਅਨੁਰਾਗ ਕਰੋ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਪ੍ਰੇਮ ਕਰੋ। ਦੋਹਰਾ ਸੁਨ ਕੈ ਨਰ ਬੋਲਤ ਪਏ, ਹਮਰੋ ਗੁਰੂ ਹੈ ਜੋਏ। ਜਦੋਂ ਸਤਿਗੁਰੂ ਜੀ ਨੇ ਬਚਨ ਕਹੇ ਤੇ ਸੁਣ ਕੇ ਨਗਰ ਨਿਵਾਸੀ ਬੋਲੇ, ਕਹਿਣ ਲੱਗੇ ਜੀ ਸਾਡਾ ਜਿਹੜਾ ਗੁਰੂ ਹੈ ਇਸ ਨਗਰ ਦੇ ਵਿੱਚ ਅਸੀਂ ਜਿਹਦੀ ਪੂਜਾ ਕਰਦੇ ਹਾਂ, ਨਾਮ ਜਪਾਵਤ ਆਪਨੋ ਕਹੈ ਨਾ ਕਰਤਾ ਕੋਏ। ਉਹ ਕਹਿੰਦਾ ਮੇਰਾ ਨਾਮ ਜਪਿਆ ਕਰੋ, ਤਾਂ ਸਾਨੂੰ ਆਪਣਾ ਨਾਮ ਜਪਾਉਂਦਾ। ਉਹ ਕਹਿੰਦਾ ਕੋਈ ਕਰਤਾ ਪੁਰਖ ਨਹੀਂ ਹੈ, ਮੈਂ ਹੀ ਕਰਤਾ ਹਾਂ। ਉਹ ਸਾਡੇ ਕੋਲੋਂ ਆਪਣਾ ਨਾਮ ਜਪਾਉਂਦਾ ਤੇ ਆਪਣੇ ਆਪ ਨੂੰ ਹੀ ਕਰਤਾ ਦੱਸਦਾ। ਤੁਸੀਂ ਕਹਿੰਦੇ ਹੋ ਪਰਮੇਸ਼ਰ ਦਾ ਨਾਮ ਜਪੋ, ਪਰ ਜਿਹੜਾ ਸਾਡਾ ਗੁਰੂ ਹੈ ਇਸ ਨਗਰ ਦੇ ਵਿੱਚ, ਉਹ ਸਾਡੇ ਕੋਲੋਂ ਆਪਣਾ ਨਾਮ ਜਪਾਉਂਦਾ। ਉਹ ਕਹਿੰਦਾ ਕੋਈ ਵੱਖਰਾ ਕਰਤਾ ਪੁਰਖ ਨਹੀਂ ਹੈ। ਚੌਪਈ ਜੈਸੇ ਬਿਰਖ ਬੀਜ ਤੇ ਜੰਮ ਹੈ। ਉਹ ਕਹਿੰਦਾ ਜਿਵੇਂ ਕੋਈ ਦਰਖਤ ਬੀਜ ਤੋਂ ਪੈਦਾ ਹੁੰਦਾ ਹੈ, ਬੀਜ ਬਿਰਖ ਤੇ ਹੈ ਅਭਿਰਮ ਹੈ। ਔਰ ਬੀਜ ਦਰਖਤ ਤੋਂ ਪੈਦਾ ਹੁੰਦਾ, ਦਰਖਤ ਬੀਜ ਤੋਂ ਪੈਦਾ ਹੁੰਦਾ ਹੈ। ਤਿਉ ਮਾਨੁਖ ਤੇ ਮਾਨੁਖ ਹੋਏ। ਇਦਾਂ ਬੰਦਿਆਂ ਤੋਂ ਬੰਦੇ ਪੈਦਾ ਹੁੰਦੇ ਨੇ। ਉਹ ਕਹਿੰਦਾ ਕੋਈ ਕਰਤਾ ਨਹੀਂ ਹੈ। ਕਹਿੰਦਾ ਜਿਵੇਂ ਬੀਜ ਤੋਂ ਦਰਖਤ ਪੈਦਾ ਹੁੰਦਾ ਤੇ ਦਰਖਤ ਤੋਂ ਹੀ ਬੀਜ ਪੈਦਾ ਹੁੰਦਾ ਹੈ, ਏਦਾਂ ਬੰਦਿਆਂ ਤੋਂ ਬੰਦੇ ਪੈਦਾ ਹੁੰਦੇ ਆ, ਮਨੁੱਖਾਂ ਤੋਂ ਮਨੁੱਖ ਪੈਦਾ ਹੁੰਦੇ ਹਨ। ਆਪਰੇ ਨ ਕਰਤਾ ਲਖੀਐ ਕੋਈ। ਉਹ ਕਹਿੰਦਾ ਕੋਈ ਵੱਖਰਾ ਕਰਤਾ ਪੁਰਖ ਕੋਈ ਨਹੀਂ ਹੈ, ਕੋਈ ਵੱਖਰਾ ਕਰਤਾ ਨਹੀਂ ਹੈ। ਇਸੋ ਹਮ ਹੈ ਉਪਦੇਸ਼ ਦ੍ਰਿੜਾਇਓ। ਕਹਿੰਦੇ ਐਸਾ ਪਵਿੱਤਰ ਉਪਦੇਸ਼ ਉਹਨੇ ਸਾਨੂੰ ਦ੍ਰਿੜ ਕਰਾਇਆ ਹੋਇਆ। ਆ ਜਿਹੜਾ ਉਪਦੇਸ਼ ਹੈ ਸਾਡੇ ਲਈ ਇਹੀ ਪਾਵਨ ਹੈ। ਸਾਡੇ ਗੁਰੂ ਨੇ ਸਾਨੂੰ ਇਹ ਉਪਦੇਸ਼ ਦ੍ਰਿੜ ਕਰਵਾਇਆ ਹੋਇਆ ਹੈ। ਨਾਨਾ ਜੁਗਤ ਸੰਗ ਸਮਝਾਇਓ। ਉਹਨੇ ਇਹ ਉਪਦੇਸ਼ ਦ੍ਰਿੜ ਕਰਾਉਣ ਵੇਲੇ ਸਾਨੂੰ ਨਾਨਾ ਪ੍ਰਕਾਰ ਦੀਆਂ ਜੁਗਤੀਆਂ ਦਿੱਤੀਆਂ ਨੇ, ਨਾਨਾ ਪ੍ਰਕਾਰ ਦੀਆਂ ਦਲੀਲਾਂ, ਉਦਾਹਰਣਾਂ, ਪ੍ਰਮਾਣ ਦੇ ਕੇ ਸਾਨੂੰ ਸਮਝਾਇਆ ਹੈ। ਅਸ ਸੰਭਾਖਨ ਕਰ ਨਰ ਤਬਹੇ। ਜਦੋਂ ਸਤਿਗੁਰੂ ਜੀ ਨੂੰ ਇਹਨਾਂ ਲੋਕਾਂ ਨੇ ਇਸ ਤਰ੍ਹਾਂ ਇਹ ਬਚਨ ਕਹੇ, ਜਵਾਬ ਦਿੱਤਾ, ਆਪ ਆਪਣੇ ਘਰ ਗਏ ਸਭੇ। ਔਰ ਇਹ ਕਹਿ ਕੇ ਆਪੋ ਆਪਣੇ ਘਰ ਨੂੰ ਚਲੇ ਗਏ। ਕਹਿੰਦੇ ਜੀ ਅਸੀਂ ਨਹੀਂ ਕਿਸੇ ਵੱਖਰੇ ਰੱਬ ਨੂੰ ਜਪਦੇ, ਸਾਡੇ ਵਾਸਤੇ ਤਾਂ ਜਿਹੜਾ ਸਾਡਾ ਸਰੇਵੜਾ ਗੁਰੂ ਹੈ ਉਹੀ ਰੱਬ ਹੈ, ਉਹਨੂੰ ਹੀ ਅਸੀਂ ਜਪਦੇ ਹਾਂ। ਤੁਸੀਂ ਜਿਹੜੇ ਵੱਖਰੇ ਕਰਤਾ ਪੁਰਖ ਨੂੰ ਮੰਨਦੇ ਹੋ, ਅਸੀਂ ਮੰਨਦੇ ਹੀ ਨਹੀਂ ਉਹਨੂੰ। ਸਾਡੇ ਗੁਰੂ ਨੇ ਕਿਹਾ ਸਾਨੂੰ। ਸਤਿਗੁਰਾਂ ਨੂੰ ਏਦਾਂ ਜਵਾਬ ਦੇ ਕੇ ਨਾ ਇਹ ਵਾਮ ਮਾਰਗੀਏ ਜਿੰਨੇ ਵੀ ਨਗਰ ਨਿਵਾਸੀ ਸੀ ਹਾਰੂ ਨਗਰ ਦੇ, ਇਹ ਸਾਰੇ ਸਤਿਗੁਰਾਂ ਕੋਲੋਂ ਉੱਠ ਕੇ ਚਲੇ ਗਏ। ਦੋਹਰਾ ਬਰਖਾ ਤਬ ਤੇ ਹਟ ਗਏ, ਜਬ ਕੇ ਬੈਠੇ ਜਾਏ। ਪਾਤਸ਼ਾਹ ਨੇ ਵੇਖਿਆ ਕਿ ਏਦਾਂ ਇਹਨਾਂ ਦੀ ਸੁਰਤ ਟਿਕਾਣੇ ਨਹੀਂ ਆਉਣੀ। ਪਾਤਸ਼ਾਹ ਦੀ ਲੀਲਾ ਵਰਤੀ, ਅਕਾਲ ਪੁਰਖ ਦੀ ਖੇਡ ਵਰਤੀ। ਜਿਸ ਦਿਨ ਸਤਿਗੁਰੂ ਜੀ ਆ ਕੇ ਇੱਥੇ ਬੈਠੇ, ਉਸੇ ਦਿਨ ਤੋਂ ਮੀਂਹ ਪੈਣੋਂ ਬੰਦ ਹੋ ਗਿਆ। ਨਗਰ ਵਿੱਚ, ਪੂਰੇ ਦੇਸ਼ ਹਾਰੂ ਨਗਰ ਵਿੱਚ ਵਰਖਾ ਨਹੀਂ ਹੁੰਦੀ, ਮੀਂਹ ਨਹੀਂ ਵਰਸਦਾ। ਲਗੇ ਖੇਤ ਸੋ ਕਨ ਸਰਬ, ਕੋ ਨਹਿ ਹੋਤ ਉਪਾਏ। ਕੁਝ ਦਿਨ ਬੀਤ ਗਏ ਨਾ, ਜਦੋਂ ਪਾਣੀ ਨਹੀਂ ਲੱਭਦਾ, ਮੀਂਹ ਨਹੀਂ ਵਰਸਦਾ ਤੇ ਖੇਤ ਸੁੱਕਣ ਲੱਗੇ, ਫਸਲਾਂ ਸੁੱਕਣ ਲੱਗੀਆਂ। ਚੌਪਈ
ਖਿੰਚੇ ਕਲਾ ਤਾਹੇ ਕੇ ਸਗਰੇ। ਜਿਹੜਾ ਇਹਨਾਂ ਦਾ ਸਰੇਵੜਾ ਗੁਰੂ ਸੀ ਨਾ, ਇਹਨਾਂ ਦਾ ਬਣਿਆ ਬੈਠਾ, ਉਹਦੇ 'ਚ ਕੋਈ ਮਾੜੀ ਮੋਟੀ ਅਜਮਤ ਸੀ ਜਿਹਦੇ ਨਾਲ ਮੀਂਹ ਪਾ ਲੈਂਦਾ ਸੀ। ਮਹਾਰਾਜ ਜੀ ਨੇ ਉਹਦੀ ਅਜਮਤ ਵੀ ਖਿੱਚ ਲਈ, ਸਤਿਗੁਰੂ ਸੱਚੇ ਪਾਤਸ਼ਾਹ ਨੇ। ਉਹਦੀ ਜਿਹੜੀ ਕਲਾ ਸੀ ਕੋਈ ਉਹਦੇ ਵਿੱਚ ਸੀਗੀ ਥੋੜੀ ਬਹੁਤ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਿੱਚ ਲਈ। ਜੋ ਗੁਰ ਬਨਿਓ ਹੋਤ ਸਭ ਨਗਰੇ। ਜਿਹੜਾ ਸਰੇਵੜਾ ਸਾਰੇ ਨਗਰ ਦਾ ਗੁਰੂ ਬਣਿਆ ਬੈਠਾ ਸੀ, ਉਹਦੀ ਸਾਰੀ ਕਲਾ ਮਹਾਰਾਜ ਜੀ ਨੇ ਖਿੱਚ ਲਈ। ਜਬ ਬਰਖਾ ਕੀ ਪੀ ਬਹੁ ਚਾਹੇ। ਜਦੋਂ ਵਰਖਾ ਦੀ ਬਹੁਤ ਜ਼ਿਆਦਾ ਲੋੜ ਪਈ, ਵੇਖਿਆ ਵੀ ਕਈ ਦਿਨ ਬੀਤ ਗਏ ਨੇ, ਮੀਂਹ ਨਹੀਂ ਪੈਂਦਾ, ਫਸਲਾਂ ਸੁੱਕਣ ਲੱਗੀਆਂ ਹਨ। ਨਰ ਮਿਲ ਗਏ ਸਰੇਵਰੇ ਪਾਹੇ। ਨਗਰ ਨਿਵਾਸੀ ਇਕੱਠੇ ਹੋ ਕੇ ਜਿਹੜਾ ਇਹਨਾਂ ਦਾ ਸਰੇਵੜਾ ਗੁਰੂ ਸੀ, ਅੱਗੇ ਉਹਦੇ ਕੋਲ ਹੀ ਜਾਇਆ ਕਰਦੇ ਸੀ ਜਦੋਂ ਮੀਂਹ ਦੀ ਲੋੜ ਪੈਂਦੀ ਸੀ। ਹੁਣ ਵੀ ਇਹ ਨਗਰ ਨਿਵਾਸੀ ਇਕੱਠੇ ਹੋ ਕੇ ਉਸ ਸਰੇਵੜੇ ਕੋਲ ਗਏ। ਆਪਨ ਮੰਤਰ ਬਿਦ ਸੰਗ ਉਚਾਰਿਓ। ਕਹਿਣ ਲੱਗੇ ਜੀ ਮੀਂਹ ਵਰਸਾਓ। ਉਹਨੇ ਆਪਣੀ ਜੁਗਤੀ ਮੁਕਤੀ ਨਾਲ ਜਿਵੇਂ ਉਹਨੂੰ ਮੰਤਰ ਪਹਿਲਾਂ ਪੜ੍ਹਦਾ ਹੁੰਦਾ ਸੀ, ਉਸੇ ਤਰ੍ਹਾਂ ਮੰਤਰ ਜੰਤਰ ਪੜ੍ਹ ਕੇ ਮੀਂਹ ਪਾਉਣ ਦਾ ਯਤਨ ਕਰਦਾ ਹੈ। ਮਿਹਨਾ ਪਰਾ ਯਤਨ ਕਰ ਹਾਰਿਓ। ਪਰ ਉਹਦੇ ਕੋਲੋਂ ਮੀਂਹ ਨਹੀਂ ਵਰਸਿਆ, ਸਾਰੇ ਯਤਨ ਕਰਕੇ ਹਾਰ ਗਿਆ। ਕਿਉਂਕਿ ਇਹ ਮੀਂਹ ਕਿਵੇਂ ਪਾਉਂਦਾ? ਮੀਂਹ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਆਗਿਆ ਨਹੀਂ ਹੈ। ਜੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੀ ਆਗਿਆ ਨਹੀਂ ਤੇ ਮੀਂਹ ਕਿਵੇਂ ਵਰਸ ਜਾਵੇ? ਤੋ ਇਹਨੇ ਆਪਣਾ ਪੂਰਾ ਜ਼ੋਰ ਲਾਇਆ, ਤਾਣ ਲਾਇਆ। ਜਿਹੜੇ ਮੰਤਰ ਜੰਤਰ ਆਉਂਦੇ, ਕਲਾ ਤਾਂ ਗੁਰੂ ਸਾਹਿਬ ਨੇ ਇਹਦੀ ਖਿੱਚ ਲਈ ਸੀ ਪਹਿਲੋਂ ਹੀ, ਇਹਦੇ ਕੋਲੋਂ ਮੀਂਹ ਨਹੀਂ ਵਰਸਿਆ, ਜ਼ੋਰ ਲਾ ਹਟਿਆ। ਭਏ ਨਿਰਾਸ ਲੋਕ ਘਰ ਆਏ। ਨਗਰ ਨਿਵਾਸੀ ਲੋਕ ਬੜੇ ਦੁਖੀ ਤੇ ਨਿਰਾਸ਼ ਹੋ ਕੇ ਇਹਦੇ ਕੋਲੋਂ ਵਾਪਸ ਘਰ ਆ ਗਏ। ਔਰ ਚਿੰਤਾ ਤੁਰ ਦੁੱਖ ਕੋ ਪਾਏ। ਹਿਰਦੇ 'ਚ ਬੜੇ ਚਿੰਤਾ ਤੁਰ ਹੋਏ ਤੇ ਬੜੇ ਦੁਖੀ ਹੋ ਰਹੇ ਹਨ। ਕਿਤਕ ਜੇ ਬੈਠੇ ਗੁਰ ਟਿਗ ਆਏ। ਉਹਨਾਂ ਵਿੱਚੋਂ ਕੁਝ ਲੋਕ ਸਤਿਗੁਰਾਂ ਦੇ ਕੋਲ ਆ ਕੇ ਬੈਠ ਗਏ, ਮਹਾਰਾਜ ਗੁਰੂ ਨਾਨਕ ਪਾਤਸ਼ਾਹ ਕੋਲ। 300 ਬੂਝਤ ਗਿਰਾ ਅਲਾਏ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਪੁੱਛਦੇ, ਮਹਾਰਾਜ ਜੀ ਉਹਨਾਂ ਨੂੰ ਪੁੱਛਣ ਵਾਸਤੇ ਬੋਲੇ, ਕਿਉਂ ਚਿੰਤਾ ਤੁਰ ਤੁਮ ਹੋ ਬੈਸੇ। ਮਹਾਰਾਜ ਜੀ ਕਹਿੰਦੇ, ਭਾਈ ਕਿਉਂ ਚਿੰਤਾ ਤੁਰ ਹੋ ਕੇ ਬੈਠੇ ਹੋ? ਬੜੇ ਫਿਕਰਮੰਦ ਹੋ, ਚਿਹਰੇ ਤੇ ਚਿੰਤਾ ਨਜ਼ਰ ਆਉਂਦੀ ਹੈ। ਕਹੋ ਹੋ ਕੁਕਾਜ ਭਇਓ ਹੈ ਕੈਸੇ। ਜਿਹੜਾ ਇਹੋ ਜਿਹਾ ਕੁਕਾਜ ਹੋ ਗਿਆ, ਤੁਹਾਡਾ ਖੋਟਾ ਕੰਮ ਹੋ ਗਿਆ, ਜਿਹਦੇ ਕਰਕੇ ਦੁਖੀ ਹੋ। ਸੁਨ ਬੋਲੇ ਜੇ ਮਨੁਜ ਦੁਖਾਰੇ। ਉਹ ਵਿਚਾਰੇ ਦੁਖੀ ਲੋਕ ਸਨ, ਬੋਲੇ ਕਹਿਣ ਲੱਗੇ, ਜਲ ਬਿਨ ਸੂਕੇ ਸਰਬ ਕਿਦਾਰੇ। ਕਹਿਣ ਲੱਗੇ, ਸੰਤ ਜੀ ਕੀ ਦਸੀਏ, ਮੀਂਹ ਨਹੀਂ ਵਰਸਦਾ। ਮੀਂਹ ਤੋਂ ਬਿਨਾਂ ਸਾਡੇ ਖੇਤ ਸੁੱਕਦੇ ਚਲੇ ਜਾ ਰਹੇ ਨੇ, ਫਸਲਾਂ ਸੁੱਕ ਰਹੀਆਂ ਹਨ। ਮਹਿ ਦੇਤ ਥੋ ਗੁਰੂ ਹਮਾਰਾ। ਪਹਿਲਾਂ ਜਦੋਂ ਮੀਂਹ ਦੀ ਲੋੜ ਪੈਂਦੀ ਸੀ, ਸਾਡਾ ਸਰੇਵੜਾ ਗੁਰੂ ਮੰਤਰ ਪੜ੍ਹਦਾ ਸੀ ਤੇ ਮੀਂਹ ਪੈ ਜਾਂਦਾ ਸੀ, ਉਹ ਮੀਂਹ ਪਵਾ ਦਿੰਦਾ ਸੀ। ਅਬ ਕਹਿ ਰਹਿਓ ਨ ਬਰਖਿਓ ਬਾਰਾ। ਉਹ ਬਥੇਰੇ ਮੰਤਰ ਜੰਤਰ ਪੜ ਹਟਿਆ, ਪਰ ਉਹਦੇ ਕਹਿਣ ਨਾਲ ਮੀਂਹ ਨਹੀਂ ਪੈ ਸਕਿਆ। ਇਸ ਪ੍ਰਕਾਰ ਤੇ ਚਿੰਤਾ ਹੋਏ। ਇਸ ਕਰਕੇ ਸੰਤ ਜੀ ਅਸੀਂ ਬੜੇ ਚਿੰਤਾ ਤੁਰਹਾਂ, ਦੁਖੀ ਹਾਂ। ਜੇ ਫਸਲਾਂ ਸੁੱਕ ਗਈਆਂ, ਸਾਡੇ ਟੱਬਰ ਪਰਿਵਾਰ ਭੁੱਖੇ ਮਰ ਜਾਣਗੇ ਅੰਨ ਤੋਂ ਬਿਨਾ। ਕ੍ਰਿਖ ਕੋ ਹੋਏ ਉਪਾਏ ਨਾ ਕੋਏ। ਕਿਉਂਕਿ ਸਾਡੇ ਵਿੱਚੋਂ ਬਹੁਤੇ ਲੋਕ ਅਸੀਂ ਖੇਤੀ ਤੇ ਹੀ ਨਿਰਭਰ ਹਾਂ, ਤੇ ਜੇ ਖੇਤੀ ਵਿੱਚ ਫਸਲ ਹੀ ਨਾ ਹੋਈ ਤੇ ਸਾਡਾ ਗੁਜ਼ਾਰਾ ਕਿਵੇਂ ਹੋਵੇਗਾ? ਇਸ ਕਰਕੇ ਮਹਾਰਾਜ ਜੀ ਅਸੀਂ ਦੁਖੀ ਤੇ ਪਰੇਸ਼ਾਨ ਹਾਂ। ਸ੍ਰੀ ਗੁਰ ਕਹੇ ਸਿਮਰਹੁ ਸਤਨਾਮੋ। ਮਹਾਰਾਜ ਜੀ ਕਹਿੰਦੇ, ਜੇ ਕਰਤਾ ਤੁਹਾਡਾ ਸਰੇਵੜਾ ਗੁਰੂ ਹੁੰਦਾ ਤੇ ਉਹਦੇ ਕਹਿਣ ਨਾਲ ਮੀਂਹ ਨਾ ਪੈਂਦਾ। ਪਾਤਸ਼ਾਹ ਨੇ ਦੱਸਣਾ ਸੀ ਇਹਨਾਂ ਨੂੰ ਵੀ ਕਰਤਾ ਇਹ ਨਹੀਂ, ਕਰਤਾ ਕੋਈ ਹੋਰ ਹੈ। ਪਾਤਸ਼ਾਹ ਕਹਿੰਦੇ, ਕਰਤੇ ਨੂੰ ਸਿਮਰੋ ਜਿਹੜਾ ਕਰਤਾ ਹੈ। ਕਿਉਂਕਿ ਇਹ ਪਹਿਲਾਂ ਕਹਿੰਦੇ ਸੀ ਅਸੀਂ ਕਿਸੇ ਵੱਖਰੇ ਕਰਤੇ ਨੂੰ ਮੰਨਦੇ ਹੀ ਨਹੀਂ। ਮਹਾਰਾਜ ਜੀ ਕਹਿੰਦੇ, ਕਰਤੇ ਦਾ ਸਿਮਰਨ ਕਰੋ। ਜਦੋਂ ਕਰਤੇ ਦਾ ਸਿਮਰਨ ਕਰੋਗੇ, ਉਹ ਮੀਂਹ ਪਾਵੇਗਾ। ਦੋਹੋਂ ਲੋਕ ਮਹਿ ਆਵੇ ਕਾਮੋ। ਕਰਤੇ ਦਾ ਸਿਮਰਨ ਕੱਲਾ ਇਸ ਲੋਕ ਵਿੱਚ ਹੀ ਤੁਹਾਨੂੰ ਸੁਖੀ ਨਹੀਂ ਕਰੇਗਾ, ਕਰਤੇ ਦੇ ਸਿਮਰਨ ਨਾਲ ਤੁਹਾਡਾ ਪਰਲੋਕ ਵੀ ਸਵਰ ਜਾਏਗਾ।
ਦੋਹਾਂ ਜਹਾਨਾਂ 'ਚ ਕਰਤੇ ਦਾ ਸਿਮਰਨ ਤੁਹਾਡੇ ਕੰਮ ਆਵੇਗਾ। ਤਾਜ ਸਰੇਵਰੇ ਕੀ ਅਬ ਸੇਵਾ। ਆ ਸਰੇਵੜੇ ਦੀ ਪੂਜਾ ਛੱਡੋ, ਪਖੰਡੀ ਦੀ, ਦੰਭੀ ਦੀ, ਜਿਹਨੂੰ ਤੁਸੀਂ ਗੁਰੂ ਮੰਨੀ ਬੈਠੇ ਸੀ, ਰੱਬ ਮੰਨੀ ਬੈਠੇ ਸੀ, ਉਹਦੀ ਪੂਜਾ ਛੱਡ ਦਿਓ। ਜਾਚ ਹੋਏ ਓੰਕਾਰ ਅਪੇਵਾ। ਅਕਾਲ ਪੁਰਖ ਦੀ ਪੂਜਾ ਕਰੋ, ਜਿਹੜਾ ਸਤ ਹੈ, ਸदैवी ਹੈ, ਸਦਾ ਰਹਿਣ ਵਾਲਾ ਹੈ। ਇਹ ਸਰੇਵੜੇ ਦਾ ਸਰੀਰ ਬਿਨਸਣੇ ਵਾਲਾ ਹੈ, ਦੰਭੀ ਹੈ, ਪਖੰਡੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ, ਉਹਦੀ ਪੂਜਾ ਕਰੋ, ਜਿਹਦੀ ਹਸਤੀ, ਜਿਹਦਾ ਵਜੂਦ ਸदैवी ਰਹਿਣ ਵਾਲਾ ਹੈ। ਚਾਹੋ ਹਿਰਦੈ ਜੋ ਭਾਵ ਹੋ ਸੋ। ਜਦੋਂ ਉਹਦਾ ਭਜਨ ਕਰੋਗੇ, ਉਹਦਾ ਨਾਮ ਜਪੋਗੇ, ਮਹਾਰਾਜ ਜੀ ਕਹਿੰਦੇ ਜੋ ਚਾਹੋਗੇ ਮਨ ਵਿੱਚ ਤੁਹਾਨੂੰ ਉਹੀ ਕੁਝ ਪ੍ਰਾਪਤ ਹੋਵੇਗਾ। ਜੋ ਚਾਹੋਗੇ ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਇੱਕ ਓੰਕਾਰ ਅਕਾਲ ਪੁਰਖ ਤੋਂ ਮੰਗੋ, ਬੰਦਿਆਂ ਕੋਲੋਂ ਨਹੀਂ ਮੰਗੀਦਾ। ਬੰਦਿਆਂ ਕੋਲੋਂ ਮੰਗ ਕੇ ਕਦੇ ਮਨ ਨਹੀਂ ਰੱਜਦਾ। ਨਿਰੰਕਾਰ ਕੋਲੋਂ ਮੰਗੋਗੇ, ਸदैवी ਕਾਲ ਵਾਸਤੇ ਰੱਜ ਕੇ ਰਾਜੇ ਬਣ ਜਾਓਗੇ। ਇਸ ਕਰਕੇ ਇੱਕ ਓੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਮੰਗੋ। ਬਹੁਰ ਨਾ ਚਿੰਤਾ ਵਿਆਪਹਿ ਕੋ। ਜੋ ਚਾਹੋਗੇ ਪ੍ਰਾਪਤ ਹੋਵੇਗਾ। ਮੁੜ ਕੇ ਤੁਹਾਨੂੰ ਕਦੇ ਕੋਈ ਚਿੰਤਾ ਨਹੀਂ ਵਿਆਪੇਗੀ। ਫਿਰ ਚਿੰਤਾ ਉਸ ਨੂੰ ਹੋਵੇਗੀ ਤੁਹਾਡੀ। ਜਿਹਦੀ ਸ਼ਰਨ 'ਚ ਪਵੋਗੇ, ਜਿਸ ਦੀ ਪਨਾਹ 'ਚ ਪਵੋਗੇ, ਚਿੰਤਾ ਉਸ ਨੂੰ ਹੋਵੇਗੀ। ਕਰਹੁ ਅਡੋਲੰ ਸ਼ਰਧਾ ਜੀ ਕੀ। ਆਪਣੇ ਹਿਰਦੇ 'ਚ ਅਡੋਲ ਸ਼ਰਧਾ ਰੱਖੋ, ਗੁਰੂ ਤੇ ਅਡੋਲ ਪਰਪੱਕ ਨਿਸ਼ਚਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਰੱਖੋ। ਕਰਹੁ ਤਿਹਾਵਲ ਅਬ ਬਿਦਨੀ ਕੀ। ਮਹਾਰਾਜ ਜੀ ਨੇ ਆਖਿਆ, ਜਾਓ ਇੱਕ ਕੰਮ ਕਰੋ, ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰੋ। ਤਿਹਾਵਲ ਕਹਿੰਦੇ ਆ ਜਿਹਦੇ ਵਿੱਚ 3 ਚੀਜ਼ਾਂ ਬਰਾਬਰ ਪੈਣ। ਕੜਾਹ ਪ੍ਰਸ਼ਾਦ ਦੀ ਦੇਗ ਜਾ ਕੇ ਤਿਆਰ ਕਰੋ। ਜਬ ਅਰਦਾਸ ਕਰੋਗੇ ਤਾਂ ਕਿ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਜਦੋਂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ 'ਚ ਅਰਦਾਸ ਕਰੋਗੇ। ਬਰਖੇ ਬਰਖਾ ਮਿਤ ਨਹਿ ਜਾ ਕੇ। ਮਹਾਰਾਜ ਜੀ ਕਹਿੰਦੇ ਇੰਨਾ ਮੀਂਹ ਪਵੇਗਾ ਜਿੰਨੀ ਤੁਹਾਡੀ ਕਾਂਖਾ ਹੋਵੇਗੀ। ਉਸ ਅਕਾਲ ਪੁਰਖ ਦੀ ਕਿਰਪਾ ਨਾਲ ਮੀਂਹ ਵਰਸਦਾ ਹੁੰਦਾ, ਬੰਦਿਆਂ ਦੇ ਪਵਾਇਆ ਮੀਂਹ ਨਹੀਂ ਪੈਂਦਾ। ਇਹ ਮੀਂਹ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵੱਸ ਹੈ। ਕੜਾਹ ਪ੍ਰਸ਼ਾਦ ਦੀ ਦੇਗ ਅਰਦਾਸ ਕਰਕੇ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰੋ, ਵਾਹਿਗੁਰੂ ਜੀ ਮੀਂਹੋਂ ਪਾਓ, ਤੇ ਅਕਾਲ ਪੁਰਖ ਦੀ ਦਇਆ ਨਾਲ ਮੀਂਹ ਵਰਸੇਗਾ। ਇਹ ਬਿਦ ਸੁਨ ਕੈ ਗੁਰੂ ਸਮੀਪਾ। ਸਤਿਗੁਰੂ ਜੀ ਦੇ ਇਹ ਬਚਨ ਇਹਨਾਂ ਨਗਰ ਨਿਵਾਸੀਆਂ ਨੇ ਸਰਵਣ ਕੀਤੇ। ਨਾਲ ਚੱਲ ਗਏ ਨਿਕਟ ਅਵਨੀਪਾ। ਇਹ ਚੱਲ ਕੇ ਇਕੱਠੇ ਹੋ ਕੇ ਆਪਣੇ ਨਗਰ ਦੇ ਰਾਜੇ ਕੋਲ ਗਏ। ਜਿਹੜਾ ਇਹਨਾਂ ਦਾ ਰਾਜਾ ਸੀ, ਇਹ ਉਹਦੇ ਕੋਲ ਚੱਲ ਕੇ ਪਹੁੰਚੇ। ਸਰਬ ਬਿਰਤਾਂਤ ਤਬਹਿ ਕਹਿ ਦੀਨਾ। ਜਾ ਕੇ ਆਪਣੇ ਨਗਰ ਦੇ ਰਾਜੇ ਨੂੰ ਸਾਰਾ ਬਿਰਤਾਂਤ ਦੱਸਿਆ ਵੀ ਇਦਾਂ ਕੋਈ ਮਹਾਤਮਾ ਆਏ ਨੇ ਬਾਹਰ, ਉਹ ਇਸ ਤਰ੍ਹਾਂ ਬਚਨ ਕਰਦੇ ਨੇ। ਇਹ ਉਹਨਾਂ ਨੇ ਫਰਮਾਇਆ ਹੈ, ਹਿਤ ਸੋ ਮਿਲੇ ਤਿਹਾਵਲ ਕੀਨਾ। ਰਾਜਾ ਕਹਿੰਦਾ ਚਲੋ ਭਾਈ, ਜੇ ਉਹ ਮਹਾਤਮਾ ਇਦਾਂ ਕਹਿੰਦੇ ਆਪਾਂ ਇਦਾਂ ਕਰ ਲੈਨੇ ਆ। ਬੜੇ ਪ੍ਰੇਮ ਨਾਲ ਇਹਨਾਂ ਨੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ। ਕਿ ਅਰਦਾਸ ਜਬੈ ਕਰ ਜੋਰੇ। ਹੱਥ ਜੋੜ ਕੇ ਰਾਜੇ ਦੇ ਸਮੇਤ ਨਗਰ ਨਿਵਾਸੀਆਂ ਨੇ ਅਰਦਾਸ ਕੀਤੀ, ਕਰਤਾਰ, ਹੇ ਕਰਤਾ ਪੁਰਖ ਮੀਂਹ ਪਾਓ। ਜਿਵੇਂ ਗੁਰੂ ਸਾਹਿਬ ਨੇ ਦੱਸਿਆ ਸੀ ਨਾ, ਉਦਾਂ ਹੀ ਇਹਨਾਂ ਉਹੀ ਸ਼ਬਦ ਵਰਤੇ, ਹੇ ਕਰਤਾ ਪੁਰਖ ਜੀਓ ਮੀਂਹੋਂ ਪਾਓ। ਏਦਾਂ ਮੀਂਹ ਪਾਉਣ ਦੀ ਅਰਦਾਸ ਬੇਨਤੀ ਕੀਤੀ। ਤਬਹਿ ਉਠੇ ਘਟਾ ਕਨ ਘੋਰੇ। ਅਰਦਾਸ ਕਰਕੇ ਜ਼ਮੀਨ ਤੇ ਹਾਲੇ ਮੱਥਾ ਟੇਕ ਕੇ ਖਲੋਤੇ ਹੀ ਸਨ ਕਿ ਆਕਾਸ਼ ਵਿੱਚ ਕਾਲੇ ਰੰਗ ਦੀਆਂ ਬੱਦਲੀਆਂ ਛਾ ਗਈਆਂ। ਔੜ ਲੱਗੀ ਹੋਈ ਧੁੱਪ ਚੜ੍ਹੀ ਸੀ ਕੜਕਦੀ। ਜਦੋਂ ਅਰਦਾਸ ਕਰਦੇ ਸਨ, ਪਲਾਂ ਵਿੱਚ ਹੀ ਆਕਾਸ਼ ਦੇ ਵਿੱਚ ਕਾਲੇ ਰੰਗ ਦੀਆਂ ਘਟਾਵਾਂ ਤੇ ਬੱਦਲ ਛਾ ਗਏ। ਬਾਰ ਤਰਾ ਪਰ ਪਰਿਓ ਬਿਸਾਲਾ। ਔਰ ਮੀਂਹ ਵਰਸਣਾ ਸ਼ੁਰੂ ਹੋ ਗਿਆ। ਸਾਰੀ ਧਰਤੀ ਦੇ ਉੱਤੇ ਮੀਂਹ ਵਰਸ ਰਿਹਾ ਹੈ। ਹਰਖ ਪਇਓ ਸਭ ਕੋ ਤਿਹ ਕਾਲਾ। ਉਸੇ ਵਕਤ ਸਾਰਿਆਂ ਦੇ ਮਨਾਂ 'ਚ ਬੜੀ ਖੁਸ਼ੀ, ਬੜਾ ਆਨੰਦ, ਬੜਾ ਹੀ ਖੇੜਾ ਵਰਤਿਆ। ਭੂਪ ਪ੍ਰਜਾ ਯੁਤ ਗੁਰੂ ਅਗਾਰੇ। ਰਾਜਾ ਤੇ ਪ੍ਰਜਾ ਸਭ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਾਜ਼ਰ ਹੋਏ। ਆਏ ਨਮੋ ਕੇ ਬਿਨਾ ਉਚਾਰੇ। ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਨਾਲੇ ਬੇਨਤੀਆਂ ਕਰਦੇ ਹਨ। ਤੁਮ ਆਨੰਦ ਕੇ
ਕੰਦ ਮੁਕੰਦਾ। ਕਹਿਣ ਲੱਗੇ ਮਹਾਰਾਜ ਜੀ ਤੁਸੀਂ ਆਨੰਦ ਦਾ ਮੂਲ ਹੋ, ਆਨੰਦ ਕੰਦ, ਆਨੰਦ ਦਾ ਮੂਲ ਹੋ ਗੁਰੂ ਨਾਨਕ ਦੇਵ ਸਾਹਿਬ ਜੀ। ਸਭ ਜਗ ਬੰਦ ਦੁਤੇ ਜਗ ਚੰਦਾ। ਮਹਾਰਾਜ ਜੀ ਤੁਸੀਂ ਮੁਕੰਦਾ ਮੁਕਤੀ ਦਾਤੇ ਹੋ, ਸਾਰੇ ਜਗਤ ਦੇ ਬੰਧਨ ਯੋਗ ਹੋ, ਨਮਸਕਾਰ ਕਰਨ ਯੋਗ ਹੋ। ਦੁਤੀ ਜਗ ਚੰਦਾ ਮਹਾਰਾਜ ਦੂਜ ਦਾ ਚੰਦਰਮਾ ਹੋ ਸੰਸਾਰ ਵਿੱਚ, ਜਾਂ ਇਦਾਂ ਕਹਿ ਲਈਏ ਦੂਜ ਦੇ ਚੰਦ ਜੈਸੇ ਸੁੰਦਰ ਹੋ ਸਤਿਗੁਰੂ ਜੀ ਤੁਸੀਂ। ਨਿਜ ਉਪਦੇਸ਼ ਦੀਜੀਐ ਅਬਹੇ। ਅੱਜ ਤੋਂ ਬਾਅਦ ਅਸੀਂ ਸਾਰੇ ਤੁਹਾਡੇ ਸਿੱਖ ਹਾਂ, ਕਿਰਪਾ ਕਰੋ ਮਹਾਰਾਜ ਸਾਨੂੰ ਆਪਣਾ ਪਵਿੱਤਰ ਉਪਦੇਸ਼ ਦੇ ਕੇ ਆਪਣਾ ਸੇਵਕ ਬਣਾਓ। ਕਰੋ ਸਿੱਖ ਸੇਵੈ ਸਭ ਹਮ ਸਭ ਹੀ। ਸਤਿਗੁਰੂ ਜੀ ਅਸੀਂ ਤੁਹਾਡੇ ਸਿੱਖ ਹੋਵਾਂਗੇ, ਤੁਸੀਂ ਸਾਨੂੰ ਆਪਣਾ ਸਿੱਖ ਬਣਾਓ ਤੇ ਅਸੀਂ ਤੁਹਾਡੀ ਸੇਵਾ ਕਰਾਂਗੇ, ਟਹਿਲ ਕਰਾਂਗੇ। ਕਲਾ ਵਿਸਾਲ ਬਿਲੋਕ ਤੁਮਾਰੇ। ਆਪ ਜੀ ਦੀ ਬੇਅੰਤ ਕਲਾ ਨੂੰ ਸਤਿਗੁਰੂ ਜੀ ਅਸਾਂ ਨੇ ਵੇਖਿਆ ਹੈ। ਚਰਨ ਗਹੇ ਅਬ ਕਰੋ ਸੰਭਾਰੇ। ਤੁਹਾਡੀ ਸ਼ਰਨ ਆ ਗਏ ਆ ਮਹਾਰਾਜ ਜੀ, ਕਿਰਪਾ ਕਰੋ ਸ਼ਰਨ ਆਇਆਂ ਦੀ ਲੱਜਿਆ ਰੱਖੋ ਮਹਾਰਾਜ। ਸ਼ਰਨ ਆਇਆਂ ਨੂੰ ਸੰਭਾਲੋ ਮਹਾਰਾਜ। ਵੱਡਿਆਂ ਦਾ ਬਿਰਦ ਹੁੰਦਾ ਹੈ, ਜਦੋਂ ਉਹਨਾਂ ਦੀ ਪਨਾਹ ਸ਼ਰਨ ਆ ਜਾਈਏ ਉਹ ਰੱਖਦੇ ਹਨ। ਦੋਹਰਾ ਪਗ ਕੇ ਪਾਹੁਲ ਦੀਨ ਗੁਰ ਕੀਨੇ ਸਰਬ ਨਿਹਾਲ। ਸਤਿਗੁਰੂ ਜੀ ਨੇ ਆਪਣੇ ਚਰਨਾਂ ਦੀ ਪੌਲ ਬਖਸ਼ ਕੇ ਇਹਨਾਂ ਨੂੰ ਨਿਵਾਜਿਆ। ਚਰਨਾਂ ਦੀ ਪੌਲ ਦੇ ਕੇ ਸਭ ਨੂੰ ਆਪਣਾ ਸਿੱਖ ਤੇ ਸੇਵਕ ਬਣਾ ਲਿਆ। ਸਤਿਨਾਮ ਉਪਦੇਸ਼ ਕਰ ਕਾਟੇ ਬੰਦ ਵਿਸਾਲ। ਔਰ ਸਭ ਨੂੰ ਉਪਦੇਸ਼ ਦਿੱਤਾ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪਾਵਨ ਉਪਦੇਸ਼ ਦੇ ਕੇ ਸਭ ਦੇ ਬੰਧਨ ਕੱਟ ਦਿੱਤੇ ਸਤਿਗੁਰਾਂ ਨੇ। ਸਭ ਨੂੰ ਬੰਧਨਾਂ ਤੋਂ ਮੁਕਤ ਕਰਕੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਮੁਕਤੀ ਦਾ, ਮੋਕਸ਼ ਦਾ ਅਧਿਕਾਰੀ ਬਣਾ ਦਿੱਤਾ ਹੈ। ਚੌਪਈ ਪੁਨ ਸਰੇਵਰਾ ਲੱਜਾ ਧਰ ਕੈ। ਉਧਰ ਜਦੋਂ ਸਰੇਵੜੇ ਨੂੰ ਖਬਰ ਹੋਈ ਕਿ ਸਾਰਾ ਨਗਰ ਬਾਹਰ ਆਏ ਮਹਾਤਮਾ ਦੀ ਸ਼ਰਨ ਚਲਾ ਗਿਆ, ਉਹਨੂੰ ਵੀ ਹੁਣ ਸ਼ਰਮ ਆਈ ਵੀ ਮੇਰੇ ਅੱਲੇ ਪੱਲੇ ਤਾਂ ਕੁਝ ਨਹੀਂ ਸੀ, ਲੋਕਾਂ ਨੂੰ ਗੁੰਮਰਾਹ ਕਰਦਾ ਸੀ। ਕੌਣ ਕਿੰਨੇ ਪਾਣੀ ਵਿੱਚ ਹੈ, ਹਰ ਇੱਕ ਮਨੁੱਖ ਨੂੰ ਆਪਣੇ ਬਾਰੇ ਪਤਾ ਹੁੰਦਾ ਹੈ। ਜ਼ੁਬਾਨ ਤੋਂ ਗੱਲਾਂ ਕਰਕੇ ਲੋਕਾਂ ਨੂੰ ਭਾਵੇਂ ਬਹੁਤ ਟਾਰਾਂ ਮਾਰ ਕੇ ਕਹਿੰਦਾ ਫਿਰੇ ਵੀ ਮੈਂ ਬੱਬਰ ਸ਼ੇਰ ਹਾਂ, ਅੰਦਰ ਇਹਨੂੰ ਪਤਾ ਹੁੰਦਾ ਵੀ ਮੇਰੇ ਵਿੱਚ ਸ਼ੇਰਾਂ ਵਾਲਾ ਇੱਕ ਵੀ ਗੁਣ ਕੋਈ ਨਹੀਂ, ਬਿਰਤੀ ਗਿੱਦੜਾਂ ਵਾਲੀ ਹੈ। ਵਿਖਾਵਾ ਕੁਝ ਹੋਰ ਹੁੰਦਾ, ਹਰ ਇੱਕ ਨੂੰ ਪਤਾ ਹੁੰਦਾ ਆਪਣੇ ਬਾਰੇ, ਪਰ ਪਰਦਾ ਰੱਖਣ ਦੀ ਬਿਰਤੀ ਆ ਮਨੁੱਖ ਵਿੱਚ। ਇਹਨੇ ਵੇਖਿਆ ਵੀ ਮੈਂ ਕਿੰਨੇ ਕੁ ਪਾਣੀ 'ਚ ਸੀ, ਸਮਝ ਆ ਗਈ ਇਹਨੂੰ ਸਾਰੀ। ਹੁਣ ਸ਼ਰਮਸਾਰ ਵੀ ਹੋਇਆ ਜਦੋਂ ਸਾਰੇ ਛੱਡ ਗਏ, ਗੁਰੂ ਨਾਨਕ ਸਾਹਿਬ ਦੀ ਸ਼ਰਨ ਚਲੇ ਗਏ ਸਭ, ਨਗਰ ਦੇ ਸਮੇਤ ਰਾਜਾ ਵੀ ਚਲਾ ਗਿਆ। ਉਸ ਵਕਤ ਫਿਰ ਇਹ ਸਰੇਵੜਾ ਸ਼ਰਮਿੰਦਾ ਹੋਇਆ। ਆਇਓ ਚਰਚਾ ਹੇਤ ਵਿਚਰ ਕੈ। ਪਰ ਫਿਰ ਵੀ ਹਾਲੇ ਹੰਕਾਰ ਨਹੀਂ ਸੀ ਮਰਿਆ ਇਹਦਾ। ਕਹਿੰਦਾ ਮੈਂ ਚਰਚਾ ਕਰਾਂਗਾ ਜਾ ਕੇ। ਉਹ ਕਿਵੇਂ ਕਹਿੰਦੇ ਆ ਕਰਤਾ ਪੁਰਖ ਵੱਖਰਾ, ਕਰਤਾ ਪੁਰਖ ਤਾਂ ਕੋਈ ਹੈ ਹੀ ਨਹੀਂ ਵੱਖਰਾ। ਕਹਿੰਦਾ ਮੈਂ ਜਾ ਕੇ ਉਹਨਾਂ ਦੇ ਨਾਲ ਚਰਚਾ ਕਰਾਂਗਾ। ਬੈਠ ਸਮੀਪ ਕਹੇ ਨਿਜ ਗਾਥਾ। ਸਤਿਗੁਰੂ ਜੀ ਦੇ ਕੋਲ ਆ ਕੇ ਨੇ ਆਪਣੀ ਗਾਥਾ ਦੱਸੀ। ਜਿਹੜਾ ਇਹਦਾ ਸਿਧਾਂਤ ਸੀ ਇਹਨੇ ਦੱਸਿਆ ਜੀ, ਅੰਨ ਤੋਂ ਅੰਨ ਪੈਦਾ ਹੁੰਦਾ ਹੈ, ਦਰਖਤਾਂ ਤੋਂ ਦਰਖਤ ਪੈਦਾ ਹੁੰਦੇ ਆ, ਬੀਜਾਂ ਤੋਂ। ਏਦਾਂ ਬੰਦਿਆਂ ਤੋਂ, ਮਨੁੱਖਾਂ ਤੋਂ ਮਨੁੱਖ ਪੈਦਾ ਹੁੰਦੇ, ਕੋਈ ਕਰਤਾ ਨਹੀਂ ਹੈ। ਇਹਨੇ ਆ ਕੇ ਆਪਣਾ ਸਿਧਾਂਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਦੱਸਿਆ। ਤਬ ਸ਼ਲੋਕ ਉਚਰਿਓ ਜਗਨਨਾਥਾ। ਜਗਤ ਦੇ ਨਾਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਫਿਰ ਇਹਨਾਂ ਦਾ ਜਿਹੜਾ ਸਿਧਾਂਤ ਸੀ ਉਹਦੇ ਬਾਰੇ ਆਪਣੇ ਮੁਖਾਰ ਬਿੰਦ ਚੋਂ ਇੱਕ ਪਾਵਨ ਸ਼ਲੋਕ ਉਚਾਰਨ ਕਰਕੇ ਦੱਸਿਆ। ਕੀ ਸੀ ਸਿਧਾਂਤ ਇਹਨਾਂ ਦਾ ਜਿਹੜਾ ਇਹ ਸਰੇਵੜਾ ਆਇਆ ਹੈ? ਇਹ ਕੀ ਮੰਨਦੇ ਸਨ, ਕਿਹੋ ਜਿਹੀ ਇਹਨਾਂ ਦੀ ਬਿਰਤੀ ਸੀ, ਕੀ ਕਰਦੇ ਸੀ, ਕਿਰਿਆਵਾਂ ਇਹਨਾਂ ਦੀਆਂ ਕੀ ਨੇ। ਉਹ ਵਾਮ ਮਾਰਗੀਆਂ ਦਾ ਜਿਹੜਾ ਸਿਧਾਂਤ ਹੁੰਦਾ ਉਹ ਸਤਿਗੁਰੂ ਜੀ ਨੇ ਦੱਸਿਆ ਆਪਣੇ ਮੁਖਾਰ ਬਿੰਦ ਚੋਂ। ਸੁਣੋ ਜੀ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ। ਸ਼ਲੋਕ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਇਹ ਪਾਵਨ ਸ਼ਲੋਕ ਉਚਾਰਦੇ ਹਨ। ਸਿਰ ਖੋਹਾਏ ਪੀਹ ਮਲਵਾਣੀ
ਝੂਠਾ ਮੰਗ ਮੰਗ ਖਾਹੇ। ਖਾਲਸਾ ਜੀ, ਇਹ ਪਾਵਨ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਮਾਝ ਦੀ ਵਾਰ ਦੇ ਵਿੱਚ ਦਰਜ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਇਹ ਪਾਵਨ ਸ਼ਲੋਕ ਉਚਾਰਦੇ ਇਹਨਾਂ ਦੇ ਬਾਰੇ ਦੱਸਦੇ ਨੇ। ਸਿਰ ਖੁਹਾਏ ਪੀਹੈ ਮਲਵਾਣੀ, ਝੂਠਾ ਮੰਗ ਮੰਗ ਖਾਹੀ। ਇਹ ਸਰੇਵੜੇ ਕੀ ਕਰਦੇ ਐ? ਸਤਿਗੁਰੂ ਕਲਗੀਧਰ ਸੁਆਮੀ ਜੀ ਨੇ ਬਚਨ ਲਿਖੇ ਨੇ, ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਇਹ ਸ਼ਰਾਵਗੀਆਂ ਦਾ ਮਤ ਸੀ। ਸ਼ਰਾਵਕ ਸਰੇਵੜੇ ਤੋਂ ਪਾਤਸ਼ਾਹ ਕਹਿੰਦੇ ਸਰੇਵੜੇ ਕੀ ਕਰਦੇ ਆ? ਸਿਰ ਖੁਹਾਏ। ਇਹ ਕੇਸ ਕੱਟਦੇ ਨਹੀਂ, ਇਹਨਾਂ ਦਾ ਹੋਰ ਤਰੀਕਾ, ਸਿਰ ਦੇ ਵਿੱਚੋਂ ਸਵਾਹ ਪਾ ਕੇ ਨਾ ਕੇਸ ਪੁੱਟਦੇ ਐ ਜੜੋਂ, ਬੜੀ ਭਿਆਨਕ ਪੀੜਾ ਦੇ ਕੇ ਸਰੀਰ ਨੂੰ ਕੱਲਾ ਕੱਲਾ ਕੇਸ ਇੱਕ ਇੱਕ ਕਰਕੇ ਜੜ ਤੋਂ ਪੁੱਟਦੇ ਐ। ਮਹਾਰਾਜ ਜੀ ਕਹਿੰਦੇ ਹੋ ਤੁਸੀਂ ਸਿਰ ਖੁਆਉਂਦੇ ਫਿਰਦੇ ਹੋ, ਸਿਰ ਵਿੱਚੋਂ ਕੇਸ ਪਟਾਉਂਦੇ ਹੋ ਤੇ ਮੈਲਾ ਪਾਣੀ ਪੀਂਦੇ ਹੋ। ਪੀਆ ਮਲਵਾਣੀ, ਮੈਲਾ ਪਾਣੀ ਪੀਂਦੇ। ਸਾਫ਼ ਪਾਣੀ ਇਸ ਕਰਕੇ ਨਹੀਂ ਪੀਂਦੇ, ਕਹਿੰਦੇ ਜੀ ਉਹਦੇ 'ਚ ਜੀਵ ਹੁੰਦੇ ਆ, ਮਰ ਜਾਂਦੇ ਆ। ਤੋ ਮਲਵਾਣੀ ਮੈਲਾ ਪਾਣੀ, ਮਲੀਨ ਪਾਣੀ ਪੀਂਦੇ। ਬਾਸਾ ਖਾਣਾ, ਬਾਸਾ ਪਾਣੀ ਪੀਣਾ, ਜਿਹੜਾ ਵਿਆਹ ਕਈ ਦਿਨਾਂ ਦਾ ਮੈਲਾ ਪਾਣੀ ਇਕੱਠਾ ਜਿਹਾ ਹੋਇਆ ਉਹ ਪਾਣੀ ਪੀਣਾ। ਪੀਆ ਮਲਵਾਣੀ। ਝੂਠਾ ਮੰਗ ਮੰਗ ਖਾਹੀ, ਤੇ ਫੇਰ ਝੂਠਾ ਮੰਗ ਕੇ ਖਾਂਦੇ ਆ। ਜਿਹੜਾ ਵਿਆਹ ਬਾਅਦ ਵਿੱਚ ਕਿਸੇ ਦਾ ਬਚਿਆ ਖੁਚਿਆ ਹੋਵੇ ਉਹ ਖਾਣਾ ਇਹ ਖਾਂਦੇ ਹਨ। ਫੂਲ ਫਦੀਹਤ ਮੋਹਿ ਲੈਣ ਪੜਾਸਾ, ਪਾਣੀ ਦੇਖ ਸੰਗਾਹੇ। ਇੰਨੀ ਗੰਦੀ ਬਿਰਤੀ ਆ ਇਹਨਾਂ ਦੀ ਸਰੇਵੜਿਆਂ ਦੀ। ਫਿਰ ਸਵੇਰੇ ਸਵੇਰੇ ਜਦੋਂ ਇਹ ਜੰਗਲ ਪਾਣੀ ਜਾਂਦੇ ਆ, ਮੈਲ ਤਿਆਗਦੇ ਆ ਵਿਸ਼ਟਾ, ਤੇ ਵਿਸ਼ਟਾ ਤਿਆਗਣ ਤੋਂ ਬਾਅਦ ਡੱਕਾ ਲੈ ਕੇ ਉਸ ਵਿਸ਼ਟਾ ਨੂੰ ਫਰੋਲਦੇ ਆ ਵੀ ਥੱਲੇ ਕੋਈ ਕੀੜਾ ਤਾਂ ਨਹੀਂ ਮਰ ਗਿਆ ਆ ਕੇ। ਉਹਦੇ ਵਿੱਚੋਂ ਉੱਠਣ ਵਾਲੀ ਭੜਾਸ ਜਿਹੜੀ ਗੰਦੀ ਹੁੰਦੀ ਆ ਵਿਸ਼ਟਾ ਦੀ, ਉਹ ਭੜਾਸ ਜਿਹੜੀ ਆ ਨੱਕਾਂ ਨਾਲ ਸੁੰਘਦੇ ਆ। ਇਤਨੀ ਨੀਚ ਬਿਰਤੀ। ਫੇਰ ਪਾਣੀ ਦੇਖ ਸੰਗਾਹੇ। ਪਾਣੀ ਤੋਂ ਤਾਂ ਸ਼ਰਮ ਕਰਦੇ ਆ, ਸੰਗਦੇ ਆ, ਪਾਣੀ ਦੀ ਵਰਤੋਂ ਨਹੀਂ ਕਰਦੇ। ਮੈਲੇ ਕੁਚੈਲੇ ਬਣ ਕੇ ਰਹਿੰਦੇ। ਆਖੇ ਜੀ ਪਾਣੀ ਨਾਲ ਜਦੋਂ ਨਹਾਵਾਂ ਧੋਵਾਂਗੇ ਤੇ ਸਾਡੇ ਸਰੀਰ ਦੇ ਉੱਤੇ ਜਿਹੜੇ ਕਿਰਮ ਨੇ, ਜੀਵ ਨੇ, ਉਹ ਮਰ ਜਾਣਗੇ ਤੇ ਜੀਵ ਹਿੰਸਾ ਹੋ ਜਾਏਗੀ। ਤੇ ਜੀਵ ਹਿੰਸਾ ਤੋਂ ਬਚਣ ਵਾਸਤੇ ਕਹਿੰਦੇ ਪਾਣੀ ਵੇਖ ਕੇ ਸੰਗਦੇ ਐ, ਪਾਣੀ ਦੀ ਵਰਤੋਂ ਨਹੀਂ ਕਰਦੇ ਸਰੇਵੜੇ। ਭੇਡਾਂ ਵਾਂਗੇ ਸਿਰ ਖੋਹਾਇਨ, ਭਰੀਨ ਹੱਥ ਸੁਆਹੇ। ਜਿਵੇਂ ਭੇਡਾਂ ਦੇ ਵਾਲ ਮੁੰਨੀ ਦੇ ਆ ਨਾ, ਏਦਾਂ ਭੇਡਾਂ ਵਾਂਗੂ ਸਿਰਾਂ ਤੋਂ ਆਪਣੇ ਵਾਲ ਪਟਾਉਂਦੇ ਆ ਸਵਾਹ ਪਵਾ ਕੇ। ਕਿਉਂਕਿ ਉਦਾਂ ਜਿਹੜਾ ਕੇਸ ਹੁੰਦਾ ਉਹ ਸਲਿੱਪ ਕਰ ਜਾਂਦਾ, ਹੱਥ ਵਿੱਚ ਆਉਂਦਾ ਨਹੀਂ। ਇਹ ਸਿਰ 'ਚ ਸਵਾਹ ਪਵਾਉਂਦੇ 2-4 ਮੁੱਠੀਆਂ, ਤੇ ਸਵਾਹ ਨਾਲ ਹੱਥ ਭਰ ਕੇ ਤੇ ਕੱਲਾ ਕੱਲਾ ਕੇਸ ਇਹਨਾਂ ਦੇ ਸਿਰ ਤੋਂ ਪੁੱਟਦੇ ਆ ਜਦੋਂ ਇਹਨਾਂ ਨੇ ਸਰੇਵੜਾ ਬਣਾਉਣਾ ਹੁੰਦਾ। ਮਹਾਰਾਜ ਜੀ ਕਹਿੰਦੇ ਭੇਡਾਂ ਵਾਂਗੂ ਸਿਰ ਖੁਆਉਂਦੇ ਆ, ਜਿਵੇਂ ਭੇਡਾਂ ਮੁੰਨੀਆਂ ਜਾਂਦੀਆਂ ਨੇ ਏਦਾਂ ਇਹ ਸਿਰ ਖੁਆਉਂਦੇ ਆ। ਔਰ ਆਪਣੇ ਹੱਥ ਸਵਾਹ ਨਾਲ ਇਹਨਾਂ ਨੇ ਭਰੇ ਹੋਏ ਨੇ। ਮਾਉ ਪੀਉ ਕਿਰਤ ਗਵਾਇਨ, ਟੱਬਰ ਰੋਵਨ ਤਾਹੇ। ਜਿਹੜੀ ਮਾਂ ਪਿਓ ਦੀ ਕਿਰਤ ਆ ਉਹਨੂੰ ਛੱਡ ਦਿੰਦੇ ਆ, ਸਰੇਵੜੇ ਬਣਦੇ ਆ। ਜਦੋਂ ਇਹ ਸਰੇਵੜੇ ਬਣਦੇ ਆ ਨਾ, ਮਾਂ ਪਿਓ ਵਾਲੀ ਕਿਰਤ ਛੱਡ ਦਿੰਦੇ ਆ ਤੇ ਪਿੱਛੇ ਡੱਬਰ ਜਿਹੜੇ ਨੇ ਧਾਹਾਂ ਮਾਰ ਮਾਰ ਕੇ ਰੋਂਦੇ ਆ ਵੀ ਸਾਡਾ ਪੁੱਤ ਪੋਤਰਾ ਸਰੇਵੜਾ ਬਣ ਗਿਆ, ਵੀ ਇਹਨੇ ਆਹ ਕਿਹੜੀਆਂ ਕਰਤੂਤਾਂ ਫੜ ਲੀਆਂ ਨੇ, ਆਹ ਕਿਹੜੇ ਕੰਮ ਕਰਨ ਲੱਗ ਪਿਆ। ਉਹ ਵੀ ਰੋਂਦੇ ਆ ਧਾਹਾਂ ਮਾਰ ਮਾਰ ਕੇ। ਉਹ ਨਾ ਪਿੰਡ ਨਾ ਪਤਲ ਕਿਰਿਆ, ਨਾ ਦੇਵਾ ਮੋਏ ਕਿਥਾਉ ਪਾਹੇ। ਆ ਜਿਹੜੇ ਹਿੰਦੂ ਨੇ ਘਟੋ ਘੱਟ ਆਪਣੇ ਮਰਿਆਂ ਹੋਇਆਂ ਦੇ ਪਿੱਛੋਂ ਪਤਲ ਕਿਰਿਆ ਆਦਿਕ ਦੀਵਾ ਆਦਿਕ ਦੀ ਕਿਰਿਆ ਕਰਦੇ ਆ। ਮਹਾਰਾਜ ਜੀ ਕਹਿੰਦੇ ਜਿਹੜੇ ਸਰੇਵੜੇ ਨੇ ਇਹਨਾਂ ਨੇ ਸਾਰੇ ਕੰਮ ਛੱਡ ਦਿੱਤੇ, ਨਾ ਹਿੰਦੂਆਂ 'ਚ ਨਾ ਮੁਸਲਮਾਨਾਂ 'ਚ। ਇਹਨਾਂ ਨੇ ਆਪਣਾ ਵੱਖਰਾ ਹੀ ਵਾਮ ਮਾਰਗ ਪੰਥ ਬਣਾਇਆ ਹੋਇਆ। ਤੇ ਪਿੰਡ ਨਾ ਤਾਰਨੇ, ਪੱਤਲ ਆਦਿਕ ਕਿਰਿਆ ਕਰਨੀ, ਜਾਂ ਮਰਿਆਂ ਤੋਂ ਬਾਅਦ ਕਿੱਥੇ ਉਹਨਾਂ ਨੂੰ ਪਾਇਆ ਜਾਣਾ ਇਹਨਾਂ ਨੂੰ ਕੋਈ ਫਿਕਰ ਨਹੀਂ। 68 ਤੀਰਥ ਦੇਨ ਨਾ ਢੋਏ। ਇਹ 68 ਤੀਰਥਾਂ ਤੇ ਨਹੀਂ ਜਾਂਦੇ, ਤੀਰਥ ਇਹਨਾਂ ਨੂੰ ਢੋਈ ਨਹੀਂ ਦਿੰਦੇ, ਇੰਨੇ ਮੈਲੇ ਕੁਚੈਲੇ ਹੁੰਦੇ ਆ। ਇਹ ਮੂੰਹ ਵਿੱਚ ਇੰਨੀ ਮੈਲ ਜੰਮ ਜੇ ਨਾ ਦਾਤਣ ਕੁਰਲਾ ਕਰਨਾ।
ਕਹਿੰਦੇ ਜਦੋਂ ਮੂੰਹ 'ਚ ਇੰਨੀ ਮੈਲ ਜੰਮ ਜੇ, ਜੀਭ ਦੇ ਉੱਤੇ ਚਿੱਟੀ ਜੀ ਹੋ ਜੇ ਨਾ ਮੈਲ ਜੀਭ ਦੀ, ਉਹਦੇ ਤੇ ਰੁਪਈਆ ਧਰਨਾ ਤੇ ਵਿੱਚੇ ਹੀ ਜੰਮ ਜੇ, ਪਤਾ ਹੀ ਨਾ ਲੱਗੇ, ਉਹਦੇ ਤੋਂ ਸਲਿੱਪ ਹੀ ਨਾ ਕਰੇ, ਹਿੱਲੇ ਹੀ ਨਾ ਰੁਪਈਆ, ਫਿਰ ਇਹ ਕਹਿੰਦੇ ਜੀ ਹੁਣ ਇਹ ਪੱਕਾ ਸਰੇਵੜਾ ਹੋ ਗਿਆ। ਇੰਨੇ ਗੰਦੇ ਮੈਲੇ ਕੁਚੈਲੇ, ਤੀਰਥ ਇਹਨਾਂ ਨੂੰ ਨੇੜੇ ਨਹੀਂ ਪਿੱਟਣ ਦਿੰਦੇ, ਰਹਿਣ ਨਹੀਂ ਦਿੰਦੇ। ਉਹ ਕਹਿੰਦੇ ਇਹੋ ਜਿਹੇ ਬੰਦੇ ਸਾਡੇ ਤੀਰਥਾਂ ਤੇ ਆ ਕੇ ਨਹਾਉਣਗੇ ਨਾ ਤਾਂ ਤੀਰਥਾਂ ਨੂੰ ਵੀ ਭ੍ਰਿਸ਼ਟ ਕਰਕੇ ਰੱਖ ਦੇਣਾ। ਇਸ ਕਰਕੇ 68 ਤੀਰਥ ਦੇਣ ਨਾ ਢੋਈ, 68 ਤੀਰਥ ਇਹਨਾਂ ਨੂੰ ਢੋਈ ਨਹੀਂ ਦਿੰਦੇ। ਬ੍ਰਾਹਮਣ ਅੰਨ ਨਾ ਖਾਹੇ, ਬ੍ਰਾਹਮਣ ਸਾਰੇ ਪਾਸਿਓਂ ਮੰਗ ਕੇ ਖਾ ਲੈਂਦੇ ਆ, ਪਰ ਇਹਨਾਂ ਸਰੇਵੜਿਆਂ ਦੇ ਘਰ ਦਾ ਅੰਨ ਨਹੀਂ ਖਾਂਦੇ। ਇਹਨਾਂ ਦੇ ਘਰ ਦਾ ਦਿੱਤਾ ਅੰਨ ਬ੍ਰਾਹਮਣ ਵੀ ਨਹੀਂ ਖਾਂਦੇ। ਸਦਾ ਕੁਚੀਲ ਰਹਿ ਦਿਨ ਰਾਤੇ, ਇਹ ਰਾਤ ਦਿਨ ਸਦਾ ਕੁਚੀਲ ਮੈਲੇ ਕੁਚੈਲੇ ਬਣ ਕੇ ਰਹਿੰਦੇ ਹਨ। ਮੱਥੇ ਟਿਕੇ ਨਾਹੇ, ਇਹ ਹਿੰਦੂਆਂ ਵਾਂਗੂ ਆਪਣੇ ਮੱਥੇ ਤੇ ਕੋਈ ਟਿੱਕੇ ਤਿਲਕ ਵਗੈਰਾ ਵੀ ਨਹੀਂ ਲਾਉਂਦੇ। ਝੁੰਡੇ ਪਾਏ ਬਹਿਨ ਨਿਤ ਮਰਣਾ, ਮਹਾਰਾਜ ਜੀ ਕਹਿੰਦੇ ਆ ਵੀ ਝੁੰਡਾ ਝੁੰਡ ਜਿਹਾ ਬਣਾ ਕੇ ਬਹਿੰਦੇ ਆ, ਜਿਵੇਂ ਕਿਸੇ ਦੇ ਮਰਨ ਦੇ ਉੱਤੇ ਪਰਚੌਣੀ ਤੇ ਨਹੀਂ ਜਾਂਦੇ ਤੇ ਉਹ ਕਿਵੇਂ ਬਹਿੰਦੇ ਹੁੰਦੇ ਆ, ਧੌਣਾ ਜੀਆਂ ਨੀਵੀਆਂ ਕਰਕੇ। ਇਹ ਜਦੋਂ ਬਹਿੰਦੇ ਆ ਨਾ ਸਰੇਵੜੇ, ਵੀ ਸਿਰ ਥੱਲੇ ਸੁੱਟ ਕੇ ਬਹਿੰਦੇ ਜਿਵੇਂ ਇਹਨਾਂ ਦਾ ਕੋਈ ਮਰ ਗਿਆ ਹੋਵੇ। ਏਦਾਂ ਬਹਿੰਦੇ ਆ ਸਿਰ ਜੇ ਝੁਕਾ ਕੇ ਥੱਲੇ ਨੀਵੀਆਂ ਜੀਆਂ ਗਰਦਨਾਂ ਕਰਕੇ। ਝੁੰਡੀ ਪਾਏ ਬਹਿਨ ਨਿਤ ਮਰਨਾ, ਜਿਵੇਂ ਕਿਸੇ ਦੇ ਮਰਨੇ ਤੇ ਬੈਠੇ ਹੋਣ। ਦਲ ਦੀਵਾਨ ਨਾ ਜਾਹੇ, ਇਹ ਕਿਸੇ ਭਲੀ ਸੰਗਤ ਦੇ ਵਿੱਚ ਨਹੀਂ ਜਾਂਦੇ, ਕਿਤੇ ਦੀਵਾਨ ਵਿੱਚ ਨਹੀਂ ਜਾਂਦੇ। ਲੱਕੀ ਕਾਸੇ ਹੱਥੇ ਫੁੰਮਣ, ਇਹਨਾਂ ਨੇ ਆਪਣੀਆਂ ਲੱਕਾਂ ਦੇ ਨਾਲ ਨਾ ਰੱਸੀਆਂ ਜੀਆਂ ਬੱਧੀਆਂ ਹੁੰਦੀਆਂ, ਤੁਸੀਂ ਵੇਖੇ ਹੋਣੇ ਨੇ ਫਿਰਦੇ। ਲੱਕਾਂ ਦੇ ਨਾਲ ਰੱਸੀ ਜੀ ਬੰਨੀ ਹੁੰਦੀ ਹੈ, ਹੱਥਾਂ ਵਿੱਚ ਇੱਕ ਫੁੰਮਣ ਜਿਹਾ ਫੜਿਆ ਹੁੰਦਾ ਗੋਲ ਜਿਹੇ ਆਕਾਰ ਦਾ। ਅੱਗੋ ਪਿੱਛੇ ਜਾਹੇ, ਉਹ ਜਿਹੜਾ ਫੁੰਮਣ ਜਿਹਾ ਹੁੰਦਾ ਏਦਾਂ ਇੱਕ ਜਣਾ ਅੱਗੇ ਅੱਗੇ ਮਾਰੀ ਜਾਂਦਾ ਪੈਰ, ਜਦੋਂ ਜਿੱਥੇ ਪੈਰ ਜਾਂਦੇ ਆ ਨਾ ਪੈਰਾਂ 'ਚ ਜੁੱਤੀ ਨਹੀਂ ਪਾਉਂਦੇ, ਨੰਗੇ ਪੈਰੀ ਜਾਂਦੇ ਆ ਵੀ ਕੋਈ ਜੀਵ ਨਾ ਮਰ ਜੇ। ਉਹ ਫੁੰਮਣ ਅੱਗੇ ਅੱਗੇ ਫੇਰੀ ਜਾਂਦੇ ਨੇ ਤੇ ਲਾਈਨ ਜੀ ਬਣਾ ਕੇ ਟੁਰਦੇ ਨੇ, ਇੱਕ ਦੇ ਪਿੱਛੇ ਦੂਜਾ ਟੁਰਦਾ, ਵੀ ਜਦੋਂ ਸੱਜੇ ਖੱਬੇ ਹੋ ਕੇ ਟੁਰਨਗੇ ਫੈਲ ਕੇ ਤੇ ਸਾਰਿਆਂ ਦੇ ਪੈਰਾਂ ਥੱਲੇ ਜੀਵ ਮਰਨਗੇ। ਇੱਕ ਜਣਾ ਟੁਰੇਗਾ, ਉਹਦੇ ਪੈਰਾਂ ਥੱਲੇ ਜੇ ਕੋਈ ਇੱਕ ਅੱਧਾ ਮਰ ਵੀ ਗਿਆ ਤੇ ਕੋਈ ਗੱਲ ਨਹੀਂ, ਬਾਕੀ ਤਾਂ ਲੰਘ ਜਾਣਗੇ ਪਿੱਛੋਂ। ਏਦਾਂ ਇਹ ਲਾਈਨ ਜੀ ਬਣਾ ਕੇ ਪਿੱਛੇ ਜੀ ਟੁਰਦੇ ਹਨ। ਨਾ ਓਏ ਜੋਗੀ ਨਾ ਓਏ ਜੰਗਮ, ਨਾ ਓਏ ਕਾਜੇ ਮੁੱਲਾ। ਮਹਾਰਾਜ ਜੀ ਕਹਿੰਦੇ ਕੋਈ ਧਰਮ ਹੈ ਹੀ ਨਹੀਂ ਇਹਨਾਂ ਦਾ, ਨਾ ਇਹ ਕਾਜ਼ੀਆਂ ਵਿੱਚ ਗਿਣੇ ਜਾਂਦੇ, ਨਾ ਇਹ ਮੁੱਲਾਂ ਵਿੱਚ ਗਿਣੇ ਜਾਂਦੇ, ਨਾ ਇਹ ਜੋਗੀਆਂ 'ਚ ਗਿਣੇ ਜਾਂਦੇ, ਨਾ ਇਹ ਜੰਗਮਾਂ 'ਚ, ਨਾ ਇਹ ਜੋਗੀ, ਨਾ ਇਹ ਜੰਗਮ, ਨਾ ਇਹ ਕਾਜੀ ਮੁੱਲਾ। ਨਾ ਜੋਗੀ, ਨਾ ਜੰਗਮ, ਨਾ ਕਾਜੀ, ਨਾ ਮੁੱਲਾ, ਕਿਸੇ ਪਾਸੇ ਵੀ ਨਹੀਂ ਆਉਂਦੇ। ਤੈਅਬ ਗੋਏ ਫਿਰਹਿ ਵਿਗੁੱਤੇ, ਫਿੱਟਾ ਵਤੈ ਗੱਲਾਂ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਦਈਏ ਵਿਗੋਏ, ਦਈਏ ਪ੍ਰੇਰਕ, ਜਿਹੜਾ ਸਾਰੇ ਜਗਤ ਨੂੰ ਪ੍ਰੇਰਨ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਇਹਨਾਂ ਨੇ ਆਪਣੇ ਹਿਰਦੇ ਦੇ ਵਿੱਚੋਂ ਵਿਛੋੜ ਦਿੱਤਾ। ਉਹਦੀ ਹੋਂਦ ਨੂੰ ਇਹ ਮੰਨਦੇ ਹੀ ਨਹੀਂ ਹਨ। ਇਹ ਖੁਆਰ ਹੁੰਦੇ ਫਿਰਦੇ ਨੇ ਤੇ ਲੋਕਾਂ ਦੇ ਕੋਲੋਂ ਇਹਨਾਂ ਨੂੰ ਫਟਕਾਰਾਂ ਹੀ ਪੈਂਦੀਆਂ ਨੇ, ਲਾਹਨਤਾਂ ਹੀ ਪੈਂਦੀਆਂ ਹਨ। ਜੀਆ ਮਾਰ ਜੀਵਾਲੇ ਸੋਏ, ਇਹਨਾਂ ਦਾ ਭੁਲੇਖਾ ਵੀ ਜੀਵ ਇਹਨਾਂ ਕੋਲੋਂ ਮਰਦੇ ਆ। ਮਹਾਰਾਜ ਜੀ ਕਹਿੰਦੇ ਆ ਜੀਆਂ ਨੂੰ ਮਾਰਨ ਵਾਲਾ ਤੇ ਜਵਾਲਣ ਵਾਲਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਹਰ ਬਿਨ ਕੋ ਮਾਰ ਜਵਾਲ ਨਾ ਸਕੈ, ਪਰਮੇਸ਼ਰ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ ਨਾ ਕੋਈ ਮਾਰਨ ਵਾਲਾ ਤੇ ਨਾ ਕੋਈ ਜਵਾਲਣ ਵਾਲਾ ਹੈ। ਇਹ ਗੱਲ ਤੁਸੀਂ ਆਪਣੇ ਪੱਲੇ ਬੰਨ ਲਓ ਸਰੇਵੜਾ ਜੀ, ਕਿਸੇ ਦੇ ਮਾਰਿਆਂ ਜੀਵ ਨਹੀਂ ਮਰਦੇ। ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਮਾਰਨ ਵਾਲਾ ਤੇ ਜਵਾਲਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਇਸ ਕਰਕੇ ਜੀਆਂ ਮਾਰ ਜਵਾਲੇ ਸੋਈ, ਉਹੀ ਜੀਆਂ ਨੂੰ ਮਾਰਨੇ ਵਾਲਾ ਤੇ ਮਾਰ ਕੇ ਜੇ ਚਾਹਵੇ ਨਾ ਜਵਾਲਣਾ ਤੇ ਉਹ ਜਵਾਲ ਵੀ ਦਿੰਦਾ ਹੈ। ਅਵਰ ਨਾ ਕੋਈ ਰੱਖੈ, ਜੇ ਕੋਈ ਬੰਦਾ ਕਹੇ ਮੈਂ ਜੀਵਾਂ ਦੀ ਰੱਖਿਆ ਕਰ ਸਕਦਾ, ਪਾਤਸ਼ਾਹ ਕਹਿੰਦੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਨਹੀਂ ਕੋਈ ਰੱਖ ਸਕਦਾ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਸੰਸਾਰ ਦੇ ਸਮਸਤ ਜੀਵਾਂ ਦਾ ਰਾਖਾ ਹੈ, ਸਾਰੇ ਜਗਤ ਦਾ ਰਾਖਾ ਹੈ ਅਕਾਲ ਪੁਰਖ। ਦਾਨ ਹੋ ਤੈ ਇਸ਼ਨਾਨ ਹੋ ਵੰਜੇ, ਮਹਾਰਾਜ ਜੀ ਕਹਿੰਦੇ ਨਾ ਇਹ ਦਾਨ ਕਰਦੇ ਐ, ਦਾਨ ਤੋਂ ਵੀ ਵਿਹੋਣੇ, ਇਸ਼ਨਾਨ ਤੋਂ ਵੀ ਵਿਹੋਣੇ, ਨਹਾਉਂਦੇ ਨਹੀਂ, ਸਦੀਆਂ ਬੀਤ ਜਾਂਦੀਆਂ ਇਹਨਾਂ ਨੂੰ ਨਹਾਤੇ ਬਿਨਾਂ।
ਨਾ ਇਹ ਨਹਾਉਂਦੇ ਐ, ਨਾ ਇਹ ਇਸ਼ਨਾਨ ਕਰਦੇ ਐ। ਪਾਸ ਪਏ ਸਿਰ ਖੁੱਥੈ, ਕਹਿੰਦੇ ਸਿਰ 'ਚ ਸਵਾਹ ਪੈਂਦੀ ਐ ਇਹਨਾਂ ਦੇ। ਪਾਤਸ਼ਾਹ ਕਹਿੰਦੇ ਆ ਸਿਰ 'ਚ ਸਵਾਹ ਪੈਂਦੀ ਐ। ਸਿਰ ਕੁੱਥੈ ਦਾ ਮਤਲਬ ਹੁੰਦਾ ਵੀ ਜਿਨ੍ਹਾਂ ਨੂੰ ਲਾਹਨਤਾਂ ਪੈਂਦੀਆਂ ਹੋਣ। ਇਹ ਸਿਰ ਕੁੱਥੇ ਵਾਲਿਆਂ ਨੂੰ ਮਹਾਰਾਜ ਜੀ ਕਹਿੰਦੇ ਸਿਰ 'ਚ ਲੋਕਾਂ ਦੀ ਲਾਹਨਤਾਂ ਦੀ ਸਵਾਹ ਹੀ ਪੈਂਦੀ ਐ। ਪਾਣੀ ਵਿੱਚ ਹੋ ਰਤਨ ਉਪੰਨੇ, ਮਹਾਰਾਜ ਜੀ ਕਹਿੰਦੇ ਪਾਣੀ ਦੀ ਨਿੰਦਾ ਕਰਦੇ ਆ, ਪਾਣੀ ਤੋਂ ਤਾਂ ਸੰਗਦੇ ਆ, ਡਰਦੇ ਆ। ਤੇ ਪਾਣੀ ਮਹਾਰਾਜ ਜੀ ਕਹਿੰਦੇ ਪਾਣੀ ਕਿਤਨਾ ਉੱਤਮ ਹੈ, ਜਿਸ ਪਾਣੀ 'ਚੋਂ ਕਿੰਨੇ ਕਿੰਨੇ ਰਤਨ ਪੈਦਾ ਹੋਏ, 14 ਰਤਨ ਇਸ ਪਾਣੀ 'ਚੋਂ ਨਿਕਲੇ ਹਨ। ਹਾਂਜੀ, ਮੇਰ ਕੀਆ ਮਾਧਾਣੀ, ਜਦੋਂ ਮੇਰ ਨੂੰ ਕਹਿੰਦੇ ਮਧਾਣੀ ਪਾ ਕੇ ਸਮੁੰਦਰ ਨੂੰ ਰਿੜਕਿਆ ਤੇ ਇਹਦੇ ਪਾਣੀ ਨੂੰ ਰਿੜਕ ਕੇ ਵਿੱਚੋਂ ਰਤਨ ਨਿਕਲੇ। ਜਿਹੜੇ ਪਾਣੀ 'ਚ ਰਤਨ ਪੈਦਾ ਹੁੰਦੇ ਆ ਉਸ ਪਾਣੀ ਦੀ ਇਹ ਨਿੰਦਾ ਕਰਦੇ ਹਨ। 68 ਤੀਰਥ ਦੇਵੀ ਥਾਪੇ, ਮਹਾਰਾਜ ਜੀ ਕਹਿੰਦੇ ਦੇਵੀ ਦੇਵਤਿਆਂ ਨੇ ਜਿੰਨੇ ਤੀਰਥ ਬਣਾਏ ਨੇ ਪਾਣੀ ਦੇ ਕੰਢੇ ਤੇ ਬਣਾਏ ਨੇ, ਨਦੀਆਂ ਦੇ ਕੰਢਿਆਂ ਤੇ ਬਣਾਏ ਆ ਪਵਿੱਤਰ ਸਮਝ ਕੇ ਵੀ ਪਾਣੀ ਉੱਤਮ ਹੈ। 68 ਤੀਰਥ ਦੇਵੀ ਦੇਵਤਿਆਂ ਦੇ, ਰਿਸ਼ੀਆਂ ਮੁਨੀਆਂ ਦੇ ਬਣਾਏ, ਉਹ ਸਾਰੇ ਪਾਣੀਆਂ ਦੇ ਕੰਢੇ ਤੇ, ਦਰਿਆਵਾਂ ਦੇ ਕੰਢੇ ਤੇ ਬਣਾਏ ਹੋਏ ਨੇ। ਪੁਰਬੀ ਲੱਗੈ ਬਾਣੀ, ਜਿੱਥੇ ਪੁਰਬੀ ਦੇ ਜੋੜ ਮੇਲੇ ਹੁੰਦੇ ਆ ਉਹਨਾਂ ਤੀਰਥਾਂ ਦੇ ਉੱਤੇ ਪੁਰਬ ਲੱਗਦੇ ਆ, ਲੋਕ ਨਹਾਣ ਆਉਂਦੇ ਆ, ਪਵਿੱਤਰ ਹੋਣ ਵਾਸਤੇ ਆਉਂਦੇ ਆ। ਨਾਏ ਨਿਵਾਜਾ ਨਾਤੈ ਪੂਜਾ, ਤੇ ਹਿੰਦੂ ਤਾਂ ਇਦਾਂ ਕਰਦੇ ਆ ਵੀ ਤੀਰਥਾਂ ਤੇ ਜਾ ਕੇ ਨਹਾਉਂਦੇ ਆ ਪੁਰਬਾਂ ਵਾਲੇ ਦਿਨ, ਤੇ ਜਿਹੜੇ ਮੁਸਲਮਾਨ ਆ ਉਹ ਨਹਾਏ ਤੇ ਬਿਨਾਂ ਨਮਾਜ਼ ਨਹੀਂ ਪੜ੍ਹਦੇ। ਉਹ ਵਜ਼ੂ ਵਗੈਰਾ ਕਰਦੇ, ਹੱਥ ਪੈਰ ਧੋਂਦੇ ਆ, ਆਪਣਾ ਇਸ਼ਨਾਨ ਪਾਨ ਕਰਦੇ ਆ ਜਿੱਦਾਂ ਦੀ ਉਹਨਾਂ ਦੀ ਰੀਤ ਹੈ, ਤੇ ਨਹਾਤਾ ਪੂਜਾ। ਤੇ ਦੂਜੇ ਪਾਸੇ ਜਿਹੜੇ ਬ੍ਰਾਹਮਣ ਨੇ ਉਹ ਵੀ ਨਹਾਤੇ ਬਿਨਾਂ ਪੂਜਾ ਨਹੀਂ ਕਰਦੇ। ਮੁਸਲਮਾਨ ਨਹਾਤੇ ਬਿਨਾਂ ਨਮਾਜ਼ ਨਹੀਂ ਪੜ੍ਹਦੇ, ਤੇ ਹਿੰਦੂ ਜਿਹੜੇ ਨੇ ਉਹ ਨਹਾਤੇ ਬਿਨਾਂ ਪੂਜਾ ਨਹੀਂ ਕਰਦੇ। ਤੇ ਨਹਾਵਣ ਸਦਾ ਸੁਜਾਣੀ, ਮਹਾਰਾਜ ਜੀ ਕਹਿੰਦੇ ਜਿਹੜੇ ਸੁਜਾਨ ਨੇ ਨਾ ਚੰਗੇ, ਉਹ ਸਦਾ ਹੀ ਨਹਾਉਂਦੇ, ਇਸ਼ਨਾਨ ਕਰਦੇ। ਸੁਜਾਨ ਪੁਰਸ਼ਾਂ ਦੇ ਹਿੱਸੇ ਆਉਂਦਾ ਇਸ਼ਨਾਨ ਪਾਨ। ਪਾਤਸ਼ਾਹ ਕਹਿੰਦੇ ਆ ਤੁਸੀਂ ਤਾਂ ਪਾਣੀ ਤੋਂ ਵੇਖ ਕੇ ਸੰਗੀ ਜਾਂਦੇ ਹੋ, ਪਾਣੀ ਦੇਖ ਸਗਾਈ ਉੱਤੇ ਕਹਿ ਆਏ ਨੇ ਵੀ ਕੋਈ ਜੀਵ ਮਰਨਗੇ ਜੀ। ਮਹਾਰਾਜ ਜੀ ਕਹਿੰਦੇ ਪਾਣੀ ਦੇ ਵਿੱਚ ਸੁਜਾਨ ਪੁਰਸ਼ ਜਿਹੜੇ ਨੇ ਉਹਦਾ ਨਿਤ ਇਸ਼ਨਾਨ ਕਰਦੇ ਹਨ। ਮੋਹਿਆਂ ਜੀਵੰਦਿਆਂ ਗਤ ਹੋਵੇ, ਜਾਂ ਸਿਰ ਪਾਈਐ ਪਾਣੀ। ਪਾਤਸ਼ਾਹ ਕਹਿੰਦੇ ਆ ਮਰੇ ਦੇ ਸਿਰ 'ਚ ਪਾਣੀ ਪੈ ਜੇ ਤੇ ਉਹਨੂੰ ਵੀ ਗਤੀ ਪ੍ਰਾਪਤ ਹੋ ਜਾਂਦੀ ਹੈ। ਸਰੀਰ ਥਕੇਵਾ ਹੋਇਆ ਹੋਵੇ, ਹੰਬਿਆ ਹੋਵੇ, ਗਰਮੀ 'ਚ ਤਪਦੀ ਘਰ ਆਵੇ, ਕੇਸਾਂ 'ਚ ਜਲ ਪਾਵੇ ਤੇ ਐਨ ਕਹਿੰਦਾ ਜਾਨ ਪੈ ਗਈ। ਕਹਿੰਦੇ ਆ ਨਾ ਆਪਾਂ, ਕੇਸਾਂ 'ਚ ਜਲ ਪਾਇਆ ਹੋਵੇ, ਸੀਸ ਠੰਡਾ ਜਲ, ਇੱਕਦਮ ਕਹਿੰਦਾ ਜਾਨ ਪੈ ਗਈ ਸਰੀਰ 'ਚ। ਪਾਤਸ਼ਾਹ ਕਹਿੰਦੇ ਇਹਦਾ ਮਰਦਿਆਂ ਨੂੰ ਵੀ ਜੀਵਨ ਦਾਨ ਦੇਣ ਵਾਲਾ ਜਲ ਹੈ ਸਿਰ 'ਚ ਪੈਂਦਾ। ਤੇ ਇੱਕ ਰਵਾਇਤ ਇਹ ਵੀ ਦੱਸੀ ਜਾਂਦੀ ਹਿੰਦੂ ਵੀਰਾਂ ਵਿੱਚ, ਕਹਿੰਦੇ ਉਹ ਮੁਰਦੇ ਦੇ ਸਿਰ 'ਚ ਪਾਣੀ ਪਾਉਂਦੇ ਤੇ ਕਹਿੰਦੇ ਉਹਦੀ ਗਤੀ ਹੋ ਜਾਂਦੀ ਹੈ। ਤੇ ਮਹਾਰਾਜ ਜੀ ਕਹਿੰਦੇ ਉਹ ਤਾਂ ਪਾਣੀ ਨੂੰ ਇੰਨੀ ਮਹੱਤਤਾ ਦਿੰਦੇ ਆ, ਤੇ ਤੁਸੀਂ ਕਹਿੰਦੇ ਹੋ ਪਾਣੀ ਤੋਂ ਦੂਰ ਰਹਿਣਾ ਚਾਹੀਦਾ। ਜਿੰਨਾ ਦੂਰ ਰਹਾਂਗੇ ਓਨਾ ਹੀ ਸਾਡਾ ਭਲਾ ਹੋਵੇਗਾ। ਹਾਂਜੀ, ਨਾਨਕ ਸਿਰ ਖੁੱਥੇ ਸ਼ੈਤਾਨੀ, ਇਹ ਨਾ ਗੱਲ ਨਾ ਪਾਣੀ। ਮਹਾਰਾਜ ਜੀ ਕਹਿੰਦੇ ਸਿਰ ਕੁੱਥਿਆਂ ਨੂੰ ਭਾਵ ਜਿਹੜੇ ਇਹਨਾਂ ਦੇ ਸਿਰ 'ਚ ਕੋਈ ਦਿਮਾਗ ਨਹੀਂ, ਦਿਮਾਗ ਵਿਹੂਣਿਆਂ ਨੂੰ, ਇਹਨਾਂ ਸ਼ੈਤਾਨਾਂ ਨੂੰ ਪਾਤਸ਼ਾਹ ਕਹਿੰਦੇ ਸਾਡੀ ਇਹ ਕਈ ਗੱਲ ਚੰਗੀ ਨਹੀਂ ਲੱਗਣੀ ਜੋ ਅਸੀਂ ਕਹਿ ਰਹੇ ਆ ਨਾ। ਮਹਾਰਾਜ ਜੀ ਕਹਿੰਦੇ ਨਾ ਵਾਮ ਮਾਰਗੀਆਂ ਨੂੰ, ਸਰੇਵੜਿਆਂ ਨੂੰ ਸਾਡੀ ਇਹ ਕਹੀ ਹੋਈ ਗੱਲ ਚੰਗੀ ਨਹੀਂ ਲੱਗਣੀ, ਇਹਨਾਂ ਨੂੰ ਇਹ ਗੱਲ ਨਹੀਂ ਭਾਉਣੀ। ਉੱਠੇ ਹੋਏ ਬਿਲਾਵਲ, ਜੀਆਂ ਜੁਗਤ ਸਮਾਣੀ। ਮਹਾਰਾਜ ਜੀ ਕਹਿੰਦੇ ਹੋ ਭਲਿਓ, ਉੱਠੇ ਦਾ ਮਤਲਬ ਹੁੰਦਾ ਜਦੋਂ ਮੀਂਹ ਪੈਂਦਾ, ਮੀਂਹ ਵਰਸਦਾ, ਤੇ ਮੀਂਹ ਦੇ ਵਰਸਣ ਦੇ ਨਾਲ ਅੰਨ ਪੈਦਾ ਹੁੰਦਾ, ਕਮਾਦ ਗੰਨਾ ਪੈਦਾ ਹੁੰਦਾ, ਕਪਾਹ ਪੈਦਾ ਹੁੰਦੀ ਹੈ। ਤੇ ਕਹਿੰਦੇ ਇਹ ਪਾਣੀ ਜਦੋਂ ਮੀਂਹ ਵਰਸਦਾ ਤੇ ਸਾਰੇ ਪਾਸੇ ਬਿਲਾਵਲ, ਬਿਲਾਵਲ ਦਾ ਮਤਲਬ ਹੁੰਦਾ ਖੁਸ਼ੀ, ਖੇੜਾ ਪੈਦਾ ਹੁੰਦਾ ਜਦੋਂ ਮੀਂਹ ਵਰਸਦਾ। ਮੀਂਹ ਪਾਇਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਜਦੋਂ ਪਰਮੇਸ਼ਰ ਮੀਂਹ ਪਾਉਂਦਾ ਉਦੋਂ ਸਾਰੇ ਪਾਸੇ ਬਿਲਾਵਲ ਹੋ ਜਾਂਦਾ।
ਸਾਰੀ ਪ੍ਰਕਿਰਤੀ ਖੇੜੇ ਨਾਲ ਖਿੜ ਜਾਂਦੀ ਹੈ ਜਦੋਂ ਮੀਂਹ ਵਰਸਦਾ ਹੈ। ਉਠੈ ਅੰਨ ਕਮਾਦ ਕਪਾਹ ਸਭ ਸੈ ਪੜਦਾ ਹੋਵੇ। ਔਰ ਜੀ ਜੁਗਤ ਚ ਸਮਾ ਜਾਂਦੇ ਹਨ। ਕਹਿੰਦੇ ਮੀਂਹ ਦੇ ਵਰਸਣ ਨਾਲ ਅੰਨ ਪੈਦਾ ਹੁੰਦਾ ਹੈ, ਮੀਂਹ ਦੇ ਵਰਸਣ ਨਾਲ ਕਮਾਦ ਪੈਦਾ ਹੁੰਦਾ ਹੈ, ਗੰਨਾ ਪੈਦਾ ਹੁੰਦਾ ਹੈ, ਕਪਾਹ ਪੈਦਾ ਹੁੰਦੀ। ਉਹ ਕਪਾਹ ਜਿਹੜੀ ਕਪਾਹ ਤੋਂ ਫਿਰ ਕੱਪੜਾ ਬਣਦਾ ਤੇ ਉਹ ਕੱਪੜਾ ਸਾਰਿਆਂ ਦੇ ਨੰਗੇਜ ਨੂੰ ਕੱਜਦਾ। ਇਹ ਪਾਣੀ ਕਰਕੇ ਹੈ ਨਾ। ਮਹਾਰਾਜ ਜੀ ਕਹਿੰਦੇ ਮੀਂਹ ਵਰਸਦਾ ਹੈ, ਮੀਂਹ ਤੋਂ ਅੰਨ ਪੈਦਾ ਹੁੰਦਾ, ਅੰਨ ਖਾਂਦੇ ਹੋ ਤੁਸੀਂ। ਮੀਂਹ ਤੋਂ ਕਮਾਦ ਪੈਦਾ ਹੁੰਦਾ, ਗੰਨਾ, ਕਿੰਨੀਆਂ ਮਿੱਠੀਆਂ ਚੀਜ਼ਾਂ ਗੰਨੇ ਤੋਂ ਬਣਦੀਆਂ ਉਹ ਖਾਂਦੇ ਹੋ। ਗੁੜ ਤੁਸੀਂ ਖਾਂਦੇ ਹੋ, ਗੁੜ ਤੋਂ ਬਣੀਆਂ ਮਠਿਆਈਆਂ ਭਖਦੇ ਹੋ। ਪਾਣੀ ਕਰਕੇ ਆ ਨਾ। ਫਿਰ ਉਸੇ ਪਾਣੀ ਤੋਂ ਕਪਾਹ ਪੈਦਾ ਹੁੰਦੀ ਤੇ ਉਹ ਕਪਾਹ ਤੋਂ ਕੱਪੜਾ ਬਣਦਾ ਜਿਹੜਾ ਸਾਰਿਆਂ ਦੇ ਨੰਗੇਜ ਨੂੰ ਕੱਜਦਾ ਤੇ ਸਭ ਦਾ ਪਰਦਾ ਬਣਦਾ, ਸਭ ਨੂੰ ਪਰਦਾ ਬਣ ਕੇ ਕੱਜ ਲੈਂਦਾ। ਕਹਿੰਦੇ ਫਿਰ ਇਹੋ ਜਿਹੇ ਪਾਣੀ ਨੂੰ ਤੁਸੀਂ ਕਿਉਂ ਮਾੜਾ ਕਹਿੰਦੇ ਹੋ ਜਿਹੜਾ ਸਾਰਿਆਂ ਦੇ ਪਰਦੇ ਕੱਜਦਾ ਹੈ? ਪਰਦਾ ਕੱਜਣ ਵਾਲਾ ਮਾੜਾ ਨਹੀਂ ਹੋ ਸਕਦਾ। ਉਹਨੂੰ ਤੁਸੀਂ ਕਿਵੇਂ ਮਾੜਾ ਕਹਿੰਦੇ ਹੋ ਭਾਈ ਜਿਹੜਾ ਪਰਦਾ ਕੱਜੇ? ਅੱਜ ਦੇ ਸਮਾਜ ਦੇ ਵਿੱਚ ਪਰਦਾ ਕੱਜਣ ਵਾਲੇ ਘੱਟ ਨੇ, ਪਰਦੇ ਉਘੇੜਨ ਵਾਲੇ ਬੜੇ ਨੇ। ਪਰ ਵਡਿਆਈ ਉਹਨਾਂ ਦੀ ਆ ਗੁਰੂ ਨਾਨਕ ਦੇ ਘਰ ਵਿੱਚ ਜਿਹੜਾ ਕਿਸੇ ਦਾ ਪਰਦਾ ਕੱਜ ਕੇ ਉਹਨੂੰ ਸੁਚੇਤ ਕਰ ਦੇਵੇ ਕਿ ਭਾਈ ਪਾਰ ਬ੍ਰਹਮ ਪਰਮੇਸ਼ਰ ਦੇ ਮਾਰਗ ਤੇ ਸਿੱਧਾ ਤੇ ਸਰਲ ਹੋ ਕੇ ਟੁਰ। ਕਿਸੇ ਦਾ ਮਖੌਲ ਨਾ ਉਡਾਵੇ। ਗੁਰੂ ਕੇ ਸਿੱਖ ਦੀ ਇਹ ਬਾਣ ਨਹੀਂ ਹੈ। ਪਾਤਸ਼ਾਹ ਕਹਿੰਦੇ ਫਿਰ ਉਸ ਪਾਣੀ ਕਰਕੇ ਕਪਾਹ ਸਭ ਸਹਿ ਪੜਦਾ ਹੋਵੇ। ਉਹ ਕਪਾਹ ਸਾਰਿਆਂ ਦਾ ਪਰਦਾ ਬਣਦੀ ਹੈ। ਉਠੈ ਘਾਹੂ ਚਰਹਿ ਨਿਤ ਸੁਰਹੀ। ਮਹਾਰਾਜ ਕਹਿੰਦੇ ਮੀਂਹ ਪੈਂਦਾ ਤੇ ਜ਼ਮੀਨ ਚੋਂ ਘਾਹ ਬੂਟੇ ਪੈਦਾ ਹੁੰਦੇ ਆ। ਉਹ ਜਿਹੜਾ ਘਾਹ ਪੈਦਾ ਹੁੰਦਾ ਹੈ ਉਹਨਾਂ ਘਾਹਾਂ ਨੂੰ ਚੁਗਣ ਵਾਸਤੇ ਫਿਰ ਸੁਰਹੀ ਦਾ ਮਤਲਬ ਹੁੰਦਾ ਗਾਵਾਂ, ਮਈਆਂ। ਉਹ ਘਾਹ ਚੁਗਦੀਆਂ ਨੇ, ਘਾਹ ਪੱਠਾ ਖਾਂਦੀਆਂ ਨੇ ਜਿਹੜਾ ਪਾਣੀ ਤੋਂ ਪੈਦਾ ਹੁੰਦਾ। ਸਾਧਨ ਦਹੀਂ ਵਿਲੋਵੈ। ਜਦੋਂ ਉਹਦਾ ਦੁੱਧ ਬਣਦਾ, ਹੁਣ ਉਹ ਘਾਹ ਖਾਣ ਤੇ ਤਾਂ ਦੁੱਧ ਦਿੰਦੀਆਂ ਨੇ ਨਾ ਗਾਵਾਂ। ਪਾਣੀ ਕਰਕੇ ਹੋਇਆ ਸਭ ਕੁਝ। ਕਹਿੰਦੇ ਫਿਰ ਉਹ ਦੁੱਧ ਦਹੀਂ ਕਰਕੇ ਜਮਾਇਆ ਸਾਧਨ ਜੀਵ ਰੂਪੀ ਇਸਤਰੀਆਂ, ਸ੍ਰੇਸ਼ਟ ਇਸਤਰੀਆਂ ਨੇ। ਕਹਿੰਦੇ ਫਿਰ ਉਸ ਦਹੀਂ ਨੂੰ ਰਿੜਕਿਆ ਤੇ ਰਿੜਕ ਕੇ ਉਹਦੇ ਚ ਘਿਓ ਕੱਢਿਆ। ਜਿਹੜਾ ਘਿਓ ਕੱਢਿਆ ਗਿਆ ਤਿਤ ਕੇ ਹੋਮ ਜਗ ਸਦ ਪੂਜਾ। ਉਹ ਘਿਓ ਬ੍ਰਾਹਮਣ ਦੇ ਹੱਥ ਵਿੱਚ ਆਇਆ, ਉਹਨੇ ਹਵਨ ਕੀਤਾ। ਬ੍ਰਾਹਮਣ ਨੂੰ ਜਦੋਂ ਘਿਓ ਮਿਲਿਆ ਉਹਨੇ ਉਸੇ ਘਿਓ ਦੇ ਭਰ ਭਰ ਕੇ ਜਿਹੜੇ ਚਮਚੇ ਸਨ ਹਵਨ ਕੁੰਡ 'ਚ ਪਾ ਕੇ ਜੱਗ ਕੀਤਾ। ਉਸ ਘਿਓ ਨਾਲ ਪੂਜਾ ਕੀਤੀ। ਕਿਸੇ ਨੇ ਦੀਵਾ ਬਾਲ ਕੇ ਆਰਤੀ ਕੀਤੀ। ਉਹ ਘਿਓ ਗੁਰੂ ਘਰ ਦੇ ਵਜ਼ੀਰ ਦੇ ਹੱਥ ਵਿੱਚ ਆਇਆ, ਗ੍ਰੰਥੀ ਸਿੰਘ ਦੇ ਹੱਥ ਵਿੱਚ ਆਇਆ ਤਾਂ ਉਹਨੇ ਉਸੇ ਘਿਓ ਨੂੰ ਤੱਤਾ ਕਰਕੇ ਗੁਰੂ ਸਾਹਿਬ ਜੀ ਦੇ ਵਾਸਤੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ। ਇਹ ਸਭ ਪਾਣੀ ਕਰਕੇ ਆ ਨਾ। ਕੜਾਹ ਪ੍ਰਸ਼ਾਦ ਦੀ ਉਹ ਦੇਗ ਬਣਾ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਭੇਟ ਕੀਤੀ। ਜਲ ਕਰਕੇ ਹੋ ਰਹੀ ਹੈ ਸਾਰੀ ਪੂਜਾ। ਬ੍ਰਾਹਮਣ ਦੇ ਹੱਥ ਵਿੱਚ ਆਈ, ਉਹਨੇ ਹਵਨ ਕੀਤਾ, ਯੱਗ ਕੀਤਾ, ਪੂਜਾ ਕੀਤੀ। ਉਹ ਕਿੰਨੇ ਕੰਮਾਂ ਵਿੱਚ ਉਹ ਘਿਓ ਆਇਆ। ਤੇ ਹਾਂਜੀ ਪਇਆ ਕਾਰਜ ਸੋ ਹੈ। ਕਹਿੰਦੇ ਉਹ ਘਿਓ ਜਦੋਂ ਪਾਇਆ ਜਾਂਦਾ ਰਸੋਈ ਦੇ ਵਿੱਚ, ਲੰਗਰ ਭੋਜਨ ਦੇ ਵਿੱਚ, ਤੇ ਫਿਰ ਹੋਆ ਪਾਕ ਪਵਿੱਤ। ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਪਵਿੱਤਰ ਹੋ ਜਾਂਦੀ ਹੈ ਰਸੋਈ ਜਦੋਂ ਪੰਜਵਾਂ ਪੈਂਦਾ ਵਿੱਚ। ਪੰਜਵਾਂ ਖਾਲਸੀ ਬੋਲੇ ਵਿੱਚ ਦੇਸੀ ਘਿਓ ਨੂੰ ਪੰਜਵਾਂ ਕਹਿੰਦੇ ਆ, ਕਿਉਂਕਿ ਮਹਾਰਾਜ ਜੀ ਨੇ ਆਸਾ ਜੀ ਦੀ ਵਾਰ ਵਿੱਚ ਇਹਨੂੰ ਪੰਜਵਾਂ ਲਿਖਿਆ। ਇਸ ਕਰਕੇ ਖਾਲਸੀ ਬੋਲਿਆਂ ਦੇ ਵਿੱਚ ਦੇਸੀ ਘਿਓ ਨੂੰ ਪੰਜਵਾਂ ਕਹਿ ਦਿੰਦੇ ਆ। ਤੇ ਤੇਲ ਨੂੰ ਚਾਹੇ ਉਹ ਸਰੋਂ ਦਾ ਹੋਵੇ, ਚਾਹੇ ਉਹ ਮਿੱਟੀ ਦਾ ਹੋਵੇ, ਚਾਹੇ ਉਹ ਡੀਜ਼ਲ ਹੋਵੇ ਤੇ ਚਾਹੇ ਪੈਟਰੋਲ ਹੋਵੇ, ਜਿਹੜਾ ਤੇਲ ਹੈ ਤੇਲ ਨੂੰ ਖਾਲਸੀ ਬੋਲੇ 'ਚ ਕਹਿੰਦੇ ਆ ਛੇਵਾਂ। ਵੀ ਛੇਵਾਂ, ਕਿਉਂਕਿ ਉਹ ਛੇਵਾਂ ਗਿਣਿਆ ਜਾਏਗਾ ਨਾ ਫਿਰ ਤਾਂ ਦੇਸੀ ਘਿਓ ਹੈ। ਤੋ ਇਹ ਖਾਲਸੀ ਬੋਲੇ ਨੇ। ਮਹਾਰਾਜ ਜੀ ਕਹਿੰਦੇ ਫਿਰ ਕਿੰਨੇ ਕੰਮ ਜਿਹੜੇ ਨੇ ਇਸ ਘਿਓ ਦੇ ਨਾਲ ਸ਼ੁੱਧ ਹੁੰਦੇ ਆ। ਰਸੋਈਆਂ ਜਿਹੜੀਆਂ ਨੇ ਉਹਦੇ ਕਾਰਜ ਸੋਭਦੇ ਹਨ। ਗੁਰੂ ਸਮੁੰਦ ਨਦੀ ਸਭ ਸਿੱਖੇ। ਮਹਾਰਾਜ ਜੀ ਕਹਿੰਦੇ ਗੁਰੂ ਸਮੁੰਦਰ ਹੈ
ਔਰ ਗੁਰੂ ਦੀ ਸਿੱਖਿਆ ਲੈਣ ਵਾਲੇ ਜਿਹੜੇ ਸਿੱਖ ਨੇ ਉਹ ਨਦੀਆਂ ਹਨ। ਨਾਤੈ ਜਿਤ ਵਡਿਆਈ। ਉਹ ਸਿੱਖ ਜਦੋਂ ਗੁਰੂ ਰੂਪੀ ਸਮੁੰਦਰ ਚ ਆ ਕੇ ਮਿਲਦੇ ਐ, ਇਸ਼ਨਾਨ ਕਰਦੇ ਆ ਗੁਰੂ ਕੀ ਸਿੱਖਿਆ ਵਿੱਚ, ਤਾਂ ਉਹਨਾਂ ਦੀ ਵਡਿਆਈ ਸੰਸਾਰ ਚ ਉਜਾਗਰ ਹੁੰਦੀ ਹੈ। ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸਤ ਚੱਟੇ ਸਿਰ ਛਾਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਜਿਹੜੇ ਸਿਰ ਕੁੱਥੇ ਨਹੀਂ ਨਹਾਉਂਦੇ, ਭਾਵ ਜਿਹੜੇ ਸਿਰ ਗੁੰਮ ਇਸ਼ਨਾਨ ਪਾਣੀ ਤੋਂ ਗੁਰੇਜ਼ ਕਰਦੇ ਆ, ਮਹਾਰਾਜ ਜੀ ਕਹਿੰਦੇ ਜਿਹੜੇ ਨਹੀਂ ਨਹਾਉਂਦੇ ਸਰੇਵੜਿਆ ਤੇਰੇ ਵਰਗੇ ਸਗੋਂ 100 ਮੁੱਠਾਂ ਮਿੱਟੀ ਦੀਆਂ ਭਰ ਕੇ ਤੇਰੇ ਵਰਗੇ ਦੇ ਸਿਰ 'ਚ ਹੋਰ ਪਾ ਦੇਣੀਆਂ ਚਾਹੀਦੀਆਂ ਨੇ, ਵੀ ਰਹੋ ਗੰਦੇ ਦੇ ਗੰਦੇ ਮੈਲੇ ਬਣ ਕੇ ਤੁਸੀਂ। ਸੱਤ ਦਾ ਮਤਲਬ ਹੁੰਦਾ 100, ਚੱਟੇ ਦਾ ਮਤਲਬ ਹੁੰਦਾ ਵੀ ਮੁੱਠਾਂ ਭਰ ਕੇ, 7 ਮੁੱਠੀਆਂ ਭਰ ਕੇ ਹੋਰ, ਜਾਂ 7 ਕਹਿ ਲਓ ਜਾਂ 100 ਕਹਿ ਲਓ। ਸੰਸਕ੍ਰਿਤ ਵਿੱਚ ਛੱਤ ਨਾਮ 100 ਦਾ ਵੀ ਹੁੰਦਾ। ਮਹਾਰਾਜ ਜੀ ਕਹਿੰਦਾ 100 ਮੁੱਠਾਂ ਭਰ ਕੇ ਤੇਰੇ ਵਰਗਿਆਂ ਦੇ ਸਿਰ 'ਚ ਹੋਰ ਪਾ ਦੇਣੀਆਂ ਚਾਹੀਦੀਆਂ ਨੇ। ਜੇ ਨਹੀਂ ਨਹਾਉਂਦੇ ਤੁਸੀਂ, ਇਸ਼ਨਾਨ ਪਾਣੀ ਤੁਹਾਨੂੰ ਨਹੀਂ ਚੰਗਾ ਲੱਗਦਾ, ਤੇ ਰਹੋ ਮੈਲੇ ਕੁਚੈਲੇ ਬਣ ਕੇ ਤੁਸੀਂ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਸਰੇਵੜਿਆਂ ਦੀ ਇਸ ਮਲਨ ਬਿਰਤੀ ਦਾ ਖੰਡਨ ਕੀਤਾ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ 24 ਅਵਤਾਰਾਂ ਦੀ ਕਥਾ 'ਚ ਇਹਨਾਂ ਦੀ ਕਥਾ ਲਿਖੀ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ। ਮਹਾਰਾਜ ਕਹਿੰਦੇ ਸਰੇਵੜੇ ਕਿਉਂ ਪੈਦਾ ਕੀਤੇ ਪਰਮੇਸ਼ਰ ਨੇ? ਕਲਗੀਧਰ ਜੀ ਲਿਖਦੇ ਕਿਉਂ ਪੈਦਾ ਕੀਤੇ? ਕਿਉਂਕਿ ਲੋਕਾਂ ਨੂੰ ਨਾਸਤਕ ਗੰਦੇ ਮਲੀਨ ਬਣਾਉਣਾ ਸੀ, ਕਿ ਕਿਤੇ ਜਪ ਤਪ ਨਾ ਕਰਨ ਇਹ, ਕਿਉਂਕਿ ਸ਼ੁੱਧ ਸਰੀਰ ਕਰਕੇ ਭਜਨ ਕਰਨਗੇ ਤੇ ਜ਼ਿਆਦਾ ਫੁਰੇਗਾ। ਇਹਨਾਂ ਨੂੰ ਮੈਲੇ ਕੁਚੈਲੇ ਬਣਾ ਕੇ ਰੱਖਣਾ, ਰੱਬ ਦੀ ਹੋਂਦ ਤੋਂ ਮੁਨਕਰ ਬਣਾ ਕੇ ਰੱਖਣਾ, ਤਾਂ ਜੋ ਨਾਸਤਕਤਾ ਦਾ ਜਿਹੜਾ ਫੈਲਾਓ ਹੈ ਉਹ ਫੈਲੇ ਸੰਸਾਰ ਵਿੱਚ। ਤੋ ਇਸ ਕਰਕੇ ਪੈਦਾ ਹੋਏ ਸਨ ਸਰੇਵੜੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਨੇ ਸਰੇਵੜਿਆਂ ਦੀ ਇਸ ਗੰਦੀ ਤੇ ਮਲੀਨ ਬਿਰਤੀ ਦਾ ਖੰਡਨ ਕੀਤਾ ਹੈ, ਜਿਵੇਂ ਉਹ ਬਿਰਤੀ ਬਣਾ ਕੇ ਰੱਖਦੇ ਹਨ। ਜਿੱਥੇ ਜਿੱਥੇ ਪਾਤਸ਼ਾਹ ਜੀ ਨੇ ਕੁਰੀਤੀਆਂ ਵੇਖੀਆਂ ਨੇ, ਪਖੰਡ ਵੇਖਿਆ ਹੈ, ਉਸ ਪਖੰਡ ਦਾ ਖੰਡਨ ਗੁਰੂ ਬਾਬਾ ਜੀ ਨੇ ਕੀਤਾ ਹੈ। ਉਹ ਸਰੇਵੜੇ ਨਾਲ ਪਾਤਸ਼ਾਹ ਦੀ ਜਿਵੇਂ ਵਾਰਤਾ ਹੋ ਰਹੀ ਹੈ, ਗੁਰੂ ਚਰਨਾਂ ਦੀ ਸ਼ਰਨ ਵਿੱਚ ਉਹ ਢਹਿ ਰਿਹਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। हे अच्युत हे पार ब्रह्म अबनासी अगनास।